प्रोग्राम प्राइम विचार ਦੇ ਵਿੱਚ ਇੱਕ ਵਾਰੀ ਫਿਰ ਤੋਂ ਸਾਰਿਆਂ ਦਾ ਹਾਰਦਿਕ ਧੰਨਵਾਦ। ਅੱਜ ਜਿਸ ਵਿਸ਼ੇ ਉੱਤੇ ਵਿਚਾਰ ਕਰਨ ਵਾਸਤੇ ਫਿਰ ਤੁਹਾਡੇ ਰੂਬਰੂ ਹੋਇਆ ਉਹ ਇੱਕ ਬੜਾ ਮਹੱਤਵਪੂਰਨ ਵਿਸ਼ਾ, ਤਕਰੀਬਨ 34 ਸਾਲ ਬਾਅਦ ਇਸ ਦੇਸ਼ ਨੂੰ ਕੋਈ ਨਵੀਂ ਪਾਲਿਸੀ ਜਿਹਨੂੰ ਅਸੀਂ ਨਿਊ ਐਜੂਕੇਸ਼ਨ ਪਾਲਿਸੀ 2020 ਦੇ ਨਾਮ ਨਾਲ ਵੀ ਜਾਣਦੇ ਹਾਂ, ਉਸ ਵਿਸ਼ੇ ਦੇ ਉੱਤੇ ਵਿਚਾਰ ਕਰਨ ਵਾਸਤੇ ਅੱਜ ਆਪਾਂ ਚਰਚਾ ਕਰਨੀ ਹੈ। ਤਕਰੀਬਨ 1968 ਦੇ ਵਿੱਚ ਕੋਠਾਰੀ ਕਮਿਸ਼ਨ ਵੱਲੋਂ ਪਹਿਲੀ ਵਾਰ ਛੋਟੇ ਟੁਕੜਿਆਂ ਦੇ ਵਿੱਚ ਬਣੀਆਂ ਹੋਈਆਂ ਪਾਲਿਸੀਜ਼ ਨੂੰ ਜੋੜ ਕੇ ਇੱਕ ਐਜੂਕੇਸ਼ਨ ਪਾਲਿਸੀ ਬਣਾਈ ਗਈ। ਉਸ ਤੋਂ ਬਾਅਦ ਠੀਕ 20 ਸਾਲ ਬਾਅਦ 1986 ਦੇ ਵਿੱਚ ਜਦੋਂ ਰਾਜੀਵ ਗਾਂਧੀ ਦੀ ਸਰਕਾਰ ਸੀ, ਉਦੋਂ ਇਸ ਪਾਲਿਸੀ ਦੇ ਵਿੱਚ ਅਮੈਂਡਮੈਂਟਸ ਕੀਤੀਆਂ ਗਈਆਂ। ਇਸ ਪਾਲਿਸੀ ਨੂੰ ਦੁਬਾਰਾ ਰਿਵਾਈਜ਼ ਕੀਤਾ ਗਿਆ। ਫਿਰ 1992 ਦੇ ਵਿੱਚ ਇਸੇ ਹੀ ਪਾਲਿਸੀ ਦਾ ਇੱਕ ਰਿਵਾਈਜ਼ਡ ਵਰਜ਼ਨ ਜਿਹਨੂੰ ਅਸੀਂ ਕਹਿ ਸਕਦੇ ਹਾਂ, ਉਹ ਤਿਆਰ ਕੀਤਾ ਗਿਆ, ਉਹਨੂੰ ਪੇਸ਼ ਕੀਤਾ ਗਿਆ। ਤੇ ਅੱਜ ਜੇ ਅਸੀਂ 2020 ਦੀ ਗੱਲ ਕਰੀਏ ਤੇ ਤਕਰੀਬਨ 28 ਸਾਲ ਬਾਅਦ ਇਹ ਪਾਲਿਸੀ ਇੱਕ ਨਵੇਂ ਰੂਪ ਦੇ ਵਿੱਚ ਅੱਜ ਸਾਡੇ ਸਾਹਮਣੇ ਆਈ ਹੈ, ਜਿਹਨੂੰ ਅਸੀਂ ਨਿਊ ਐਜੂਕੇਸ਼ਨ ਪਾਲਿਸੀ 2020 ਦੇ ਨਾਮ ਨਾਲ ਜਾਣਦੇ ਹਾਂ। ਜਦੋਂ NDA ਦੀ ਸਰਕਾਰ ਬਣੀ ਉਦੋਂ ਸਮਿਤੀ ਰਾਣੀ, ਉਹ ਇਸ ਮਹਿਕਮੇ ਦੇ ਵੀ ਮੁਖੀ ਸਨ, ਉਹਨਾਂ ਵੱਲੋਂ ਵੀ ਕਾਫੀ ਮਿਹਨਤ ਕਰਕੇ ਇਸ ਪਾਲਿਸੀ ਦੇ ਵਿੱਚ ਜੋ ਸੁਧਾਰ ਹੋਣੇ ਚਾਹੀਦੇ ਨੇ, ਨਵੀਂ ਪਾਲਿਸੀ ਕਿੱਦਾਂ ਦੀ ਹੋਣੀ ਚਾਹੀਦੀ ਹੈ, ਉਹਦੇ ਉੱਤੇ ਕਾਫੀ ਕੰਮ ਕੀਤਾ। ਉਸ ਤੋਂ ਬਾਅਦ ਚੋਂ ਕ੍ਰਿਸ਼ਨਾ ਸਵਾਮੀ ਕਸਤੂਰੀ ਰੰਗਨ, ਜਿਹੜੇ ਕਿ ISRO ਦੇ ਤਕਰੀਬਨ 1994 ਤੋਂ ਲੈ ਕੇ 2003 ਤੱਕ ਸਾਡੀ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਦੇ ਹੈੱਡ ਵੀ ਰਹੇ। ਉਹਨਾਂ ਨੇ ਬਹੁਤ ਮਿਹਨਤ ਕਰਕੇ ਉਹਨਾਂ ਦੀ ਅਗਵਾਈ ਦੇ ਵਿੱਚ ਜੋ ਕਮੇਟੀ ਬਣੀ, 2019 ਦੇ ਵਿੱਚ ਨੈਸ਼ਨਲ ਐਜੂਕੇਸ਼ਨ ਪਾਲਿਸੀ ਜਿਹੜੀ ਬਣਾਈ ਗਈ, ਉਹਦਾ ਇੱਕ ਡਰਾਫਟ ਤਿਆਰ ਕੀਤਾ ਗਿਆ। ਤਕਰੀਬਨ 484 ਪੇਜ ਦਾ ਜਿਹੜਾ ਉਹ ਡਰਾਫਟ ਤਿਆਰ ਕੀਤਾ ਗਿਆ ਸੀ। ਉਸ ਦੇ ਵਿੱਚੋਂ ਫਿਰ ਹੌਲੀ ਛਾਣਪੁਣ ਕਰਦੇ ਹੋਏ ਅੱਜ ਜੋ ਸਾਡੇ ਕੋਲ ਤਕਰੀਬਨ 60-62 ਸਫ਼ਿਆਂ ਦੀ ਇੱਕ ਪਾਲਿਸੀ ਸਾਡੇ ਸਾਹਮਣੇ ਆਈ ਹੈ, ਜਿਸ ਨੂੰ ਨਿਊ ਐਜੂਕੇਸ਼ਨ ਪਾਲਿਸੀ ਦਾ ਨਾਮ ਦਿੱਤਾ ਗਿਆ। ਅੱਜ ਆਪਾਂ ਇਹਦੇ ਉੱਤੇ ਵਿਚਾਰ ਕਰਾਂਗੇ, ਇਸ ਪਾਲਿਸੀ ਦੇ ਵਿੱਚ ਕੀ ਚੰਗਾ ਹੈ, ਕੀ ਮਾੜਾ ਹੈ, ਕਿਹੜੇ ਪੱਖਾਂ ਨੂੰ ਸਾਨੂੰ ਧਿਆਨ ਦੇਣ ਦੀ ਲੋੜ ਹੈ, ਕੀ ਸਾਡੇ ਵਾਸਤੇ ਇਹ ਚੰਗਾ ਲੈ ਕੇ ਆਈ ਹੈ ਤੇ ਕੀ ਇਸ ਪਾਲਿਸੀ ਦੀਆਂ ਖਾਮੀਆਂ ਨੇ। ਇਹਨਾਂ ਸਾਰਿਆਂ ਦੇ ਬਾਰੇ ਆਪਾਂ ਅੱਜ ਵਿਚਾਰ ਕਰਾਂਗੇ। ਜੇ ਗੱਲ ਕਰੀਏ ਸਰਕਾਰ ਦੀ, ਤੇ ਪਾਲਿਸੀ ਤੋਂ ਪਹਿਲਾਂ ਇੱਕ ਮਨਾਂ ਦੇ ਵਿੱਚ ਡਰ ਸੀ, ਕਿਤੇ ਇਹ RSS ਦੀ ਆਈਡੀਓਲੋਜੀ ਤਾਂ ਨਹੀਂ, ਕਿਤੇ ਪ੍ਰਾਈਵੇਟਾਈਜੇਸ਼ਨ, ਕਮਰਸ਼ੀਅਲਾਈਜੇਸ਼ਨ ਨੂੰ ਪ੍ਰਮੋਟ ਕਰਨ ਦੀ ਗੱਲ ਤਾਂ ਨਹੀਂ, ਕਿਤੇ ਸਰਕਾਰ ਜਿਹੜੀ ਹੈ ਉਹ ਬਿਲਕੁਲ ਹੀ ਜਿਹੜੇ ਸਰਕਾਰੀ ਸਕੂਲਾਂ ਤੋਂ ਨੂੰ ਅੱਖੋਂ ਪਰੋਖੇ ਕਰ ਦੇਗੀ। ਇਸ ਤਰ੍ਹਾਂ ਦੇ ਕੁਝ ਮਨ ਦੇ ਵਿੱਚ ਡਰ ਸੀ ਕਿ ਸ਼ਾਇਦ ਆਉਣ ਵਾਲੀ ਪਾਲਿਸੀ ਇੱਦਾਂ ਦੀ ਹੋਵੇ। ਪਰ ਜਦੋਂ ਧਿਆਨ ਦੇ ਨਾਲ ਇਸ ਪਾਲਿਸੀ ਨੂੰ ਸਾਰਿਆਂ ਨੂੰ, ਇਹਦੇ ਆਪਾਂ ਜੇ ਤੱਥਾਂ ਦੀ ਗੱਲ ਕਰੀਏ ਤੇ ਇਹੋ ਜਿਹਾ ਕੁਝ ਵੀ ਨਹੀਂ। ਹਾਂ ਠੀਕ ਹੈ, ਇੱਕ ਸਾਡੀ ਮਨ ਦੀ ਬਿਰਤੀ ਬਣ ਗਈ ਹੈ ਕਿ ਜੇ ਮੇਰੀ ਪਸੰਦ ਦੀ ਸਰਕਾਰ ਹੈ ਤੇ ਜੇ ਉਹ ਕੋਈ ਕੰਮ ਕਰਦੀ ਹੈ ਤੇ ਮੈਂ ਉਸ ਦੀ ਸਲਾਹਨਾ ਕਰੂੰਗਾ, ਤੇ ਜੇ ਉਹ ਮੇਰੀ ਮਨਪਸੰਦ ਦੀ ਸਰਕਾਰ ਨਹੀਂ ਹੈ ਤਾਂ ਫਿਰ ਇੱਕ ਵਿਰੋਧਤਾ ਦੀ ਭਾਵਨਾ ਰੱਖਦੇ ਹੋਏ ਮੈਂ ਉਹ ਜਿਹੜਾ ਵੀ ਕੰਮ ਕਰੇਗੀ ਸਰਕਾਰ, ਜਿਹੜੀ ਵੀ ਨੀਤੀ ਜਾਂ ਪਾਲਿਸੀ ਲੈ ਕੇ ਆਏਗੀ, ਮੈਂ ਉਹਦੀ ਵਿਰੋਧਤਾ ਕਰਾਂਗਾ। ਇਹ ਸਾਡੀ ਇੱਕ ਮਨ ਦੀ ਭਾਵਨਾ ਬਣ ਗਈ। ਫਿਲਹਾਲ ਜਿਹੜੀ ਇਹ ਪਾਲਿਸੀ ਸਾਡੇ ਸਾਹਮਣੇ ਆਈ ਹੈ, ਇਹ ਕੋਈ ਲੀਗਲ ਡਾਕੂਮੈਂਟ ਨਹੀਂ ਹੈ,
ਇਹ ਸਿਰਫ ਇੱਕ ਫੰਡਾਮੈਂਟਲ ਪ੍ਰਿੰਸੀਪਲ ਹੈ, ਇੱਕ ਫਰੇਮਵਰਕ ਜਿਹੜਾ ਤਿਆਰ ਕੀਤਾ ਗਿਆ ਹੈ। ਉਮੀਦ ਹੈ ਕਿ ਸ਼ਾਇਦ 2022 ਜਾਂ 23 ਤੱਕ ਇਸ ਪਾਲਿਸੀ ਨੂੰ ਲਾਗੂ ਕੀਤਾ ਜਾਵੇਗਾ, ਪਰ ਸਰਕਾਰ ਦੀ ਇਹਦੇ ਉੱਤੇ ਆਪਣੀ ਇੱਕ ਮਰਜ਼ੀ ਹੁੰਦੀ ਹੈ ਕਿ ਚਾਹੇ ਉਹ ਇਹਨੂੰ 5 ਸਾਲ ਭਾਵੇਂ ਫਾਈਲਾਂ ਦੇ ਵਿੱਚ ਦਬ ਕੇ ਰੱਖੇ ਜਾਂ 10 ਸਾਲ ਇਸ ਪਾਲਿਸੀ ਨੂੰ ਫਾਈਲਾਂ ਦੇ ਵਿੱਚ ਦਬ ਕੇ ਰੱਖੇ ਤੇ ਇਸ ਨੂੰ ਨਾ ਲਾਗੂ ਕਰੇ। ਇਹ ਸਰਕਾਰ ਦੇ ਉੱਤੇ ਨਿਰਭਰ ਕਰਦਾ ਹੈ। ਔਰ ਅਕਸਰ ਦੇਖਿਆ ਜਾਂਦਾ ਕਿ ਜਦੋਂ ਕੋਈ ਪਾਲਿਸੀ ਫਰੇਮ ਹੋ ਕੇ ਬਾਹਰ ਆਉਂਦੀ ਹੈ, ਜਦੋਂ ਉਸ ਪਾਲਿਸੀ ਨੂੰ ਪੜ੍ਹਿਆ ਜਾਂਦਾ ਹੈ, ਤੇ ਇਹ ਜ਼ਰੂਰੀ ਨਹੀਂ ਕਿ ਉਹ ਸਾਰੇ ਜਿਹੜੇ ਤੱਥ ਜਾਂ ਸਾਰੇ ਜਿਹੜੇ ਆਧਾਰ ਉਸ ਪਾਲਿਸੀ ਦੇ ਵਿੱਚ ਲਿਖੇ ਜਾਂਦੇ ਨੇ ਉਹਨਾਂ ਸਾਰਿਆਂ ਨੂੰ ਲਾਗੂ ਕੀਤਾ ਜਾਂਦਾ ਹੈ। ਇਹਦੇ ਵਿੱਚ ਵੀ ਸਰਕਾਰਾਂ ਦੀ ਇੱਕ ਰੋਲ ਹੁੰਦਾ ਹੈ ਕਿ ਜਿਨ੍ਹਾਂ ਤੱਥਾਂ ਨੂੰ ਉਹ ਚੰਗਾ ਸਮਝਦੀ ਹੈ ਉਹਨਾਂ ਨੂੰ ਲਾਗੂ ਕਰ ਦਿੱਤਾ ਜਾਂਦਾ ਹੈ, ਤੇ ਜਿਹੜੇ ਤੱਥਾਂ ਦੇ ਉੱਤੇ ਕੁਝ ਵਿਵਾਦ ਹੈ ਜਾਂ ਲੱਗਦਾ ਸਰਕਾਰ ਨੂੰ ਕਿ ਇਹ ਲਾਗੂ ਨਹੀਂ ਕਰਨੇ ਚਾਹੀਦੇ ਤੇ ਉਹਨਾਂ ਨੂੰ ਇਹ ਲਾਗੂ ਨਹੀਂ ਕੀਤਾ ਜਾਂਦਾ। ਹੁਣ ਗੱਲ ਕਰੀਏ ਇਸ ਪਾਲਿਸੀ ਬਾਰੇ, ਕੀ ਇਸ ਪਾਲਿਸੀ ਦੇ ਵਿੱਚ ਚੰਗਾ ਹੈ ਤੇ ਕੀ ਇਸ ਪਾਲਿਸੀ ਦੇ ਵਿੱਚ ਮਾੜਾ ਹੈ। ਜੇ ਥੋੜੀ ਜਿਹੀ ਡੂੰਘਾਈ ਦੇ ਵਿੱਚ ਇਸ ਪਾਲਿਸੀ ਦੀ ਵਿਚਾਰ ਕਰੀਏ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਦਿੱਲੀ ਦੇ ਜੋ ਆਮ ਆਦਮੀ ਪਾਰਟੀ ਦੇ ਉੱਥੋਂ ਦੇ ਵਿਧਾਇਕ, ਉੱਥੋਂ ਦੇ ਮੰਤਰੀ ਮਨੀਸ਼ ਸਿਸੋਦੀਆ ਜੀ, ਜਿਹੜੇ ਬਹੁਤ ਲੰਬੇ ਸਮੇਂ ਤੋਂ ਵੀ ਇਸ ਸਿੱਖਿਆ ਦੇ ਵਿੱਚ, ਐਜੂਕੇਸ਼ਨ ਦੀ ਬਦਲਾਅ ਦੇ ਵਿੱਚ ਕੰਮ ਕਰ ਰਹੇ ਨੇ, ਉਹਨਾਂ ਨੇ ਵੀ ਬਹੁਤ ਵਧੀਆ ਸ਼ਬਦਾਂ ਦੇ ਵਿੱਚ ਇਸ ਪਾਲਿਸੀ ਨੂੰ ਸਲਾਹਿਆ ਵੀ ਹੈ। ਔਰ ਜਿਨ੍ਹਾਂ ਮੁੱਦਿਆਂ ਦੇ ਉੱਤੇ ਹੋਰ ਵਿਚਾਰ ਕਰਨ ਦੀ ਲੋੜ ਹੈ ਜਾਂ ਜਿਹੜੀਆਂ ਕਮੀਆਂ ਨੇ ਉਹਨਾਂ ਨੇ ਇਹਨਾਂ ਕਮੀਆਂ ਨੂੰ ਵੀ ਉਜਾਗਰ ਕੀਤਾ ਹੈ। ਔਰ ਇੱਕ ਸਰਕਾਰ ਨੂੰ ਇਹ ਸੁਝਾਅ ਵੀ ਦਿੱਤੇ ਨੇ ਕਿ ਇਹਨਾਂ ਕਮੀਆਂ ਨੂੰ ਜਿਹੜਾ ਦੂਰ ਕਰਕੇ ਤਾਂ ਕਿ ਲਾਗੂ ਹੋਣ ਤੋਂ ਪਹਿਲਾਂ ਇਸ ਪਾਲਿਸੀ ਦੇ ਵਿੱਚ ਹੋਰ ਸੁਧਾਰ ਕੀਤਾ ਜਾਵੇ। ਕਿਤੇ ਨਾ ਕਿਤੇ ਲੱਗਦਾ ਹੈ ਕਿ ਜਿਹੜੀ ਇਹ ਨਿਊ ਐਜੂਕੇਸ਼ਨ ਪਾਲਿਸੀ ਹੈ, ਇਹ ਪੁਰਾਣੀਆਂ ਜਿਹੜੀਆਂ ਸਾਡੀਆਂ ਪਰੰਪਰਾਵਾਂ ਨੇ ਉਹਨਾਂ ਦੇ ਬੋਝ ਦੇ ਥੱਲੇ ਦੱਬੀ ਹੋਈ ਪਾਲਿਸੀ ਹੈ। ਜੋ ਪੁਰਾਣੀਆਂ ਪਰੰਪਰਾਵਾਂ ਤੋਂ ਅਸੀਂ ਆਪਣੇ ਸਿੱਖਿਆ ਦੇ ਮਿਆਰ ਨੂੰ ਉੱਪਰ ਚੱਕਣਾ ਚਾਹੁੰਦੇ ਸੀ, ਉਹ ਇਹ ਪਾਲਿਸੀ ਜਿਹੜੀਆਂ ਪੂਰੀ ਤਰ੍ਹਾਂ ਨਾਲ ਲਾਗੂ ਨਹੀਂ ਕਰ ਸਕਦੀ। ਜਿਨ੍ਹਾਂ ਸੁਧਾਰਾਂ ਦੀ ਗੱਲ ਇਸ ਪਾਲਿਸੀ ਦੇ ਵਿੱਚ ਕੀਤੀ ਗਈ ਹੈ, ਉਹ ਸੁਧਾਰ ਅਮਲ ਦੇ ਵਿੱਚ ਕਿਸ ਤਰ੍ਹਾਂ ਆਉਣਗੇ ਇਹਦੇ ਬਾਰੇ ਜਾਂ ਤਾਂ ਇਹ ਪਾਲਿਸੀ ਚੁੱਪ ਹੈ, ਤੇ ਜੇ ਕਿਤੇ ਇਹ ਪਾਲਿਸੀ ਗੱਲ ਕਰ ਵੀ ਰਹੀ ਹੈ ਤੇ ਉਹ ਇਹ ਨਹੀਂ ਸਪਸ਼ਟ ਹੋ ਰਿਹਾ ਕਿ ਇਹ ਸੁਧਾਰ ਕਿਸ ਤਰ੍ਹਾਂ ਕੀਤੇ ਜਾਣਗੇ। ਪਰ ਬੇਸਿਕ ਪ੍ਰਿੰਸੀਪਲ ਦੀ ਅਗਰ ਅਸੀਂ ਗੱਲ ਕਰੀਏ, ਮੁੱਢਲੇ ਤੌਰ ਤੇ ਉੱਤੇ ਮੁੱਢਲੇ ਪੱਖ ਨੂੰ ਜੇ ਵਿਚਾਰੀਏ ਤੇ ਇਹ ਪਾਲਿਸੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵਧੀਆ ਪਾਲਿਸੀ ਹੈ। ਉਦਾਹਰਨ ਦੇ ਤੌਰ ਤੇ ਜਿਹੜੀ ਇਸ ਪਾਲਿਸੀ ਦੇ ਵਿੱਚ ਇੱਕ ਗੱਲ ਕੀਤੀ ਗਈ ਕਿ GDP ਦਾ 6% ਅਸੀਂ ਐਜੂਕੇਸ਼ਨ ਦੇ ਉੱਤੇ ਖਰਚ ਕਰਨਾ ਹੈ। ਇਹੀ ਗੱਲ ਜਦੋਂ ਕੋਠਾਰੀ ਕਮਿਸ਼ਨ ਵੱਲੋਂ ਪਾਲਿਸੀ ਬਣਦੀ ਹੈ ਉਦੋਂ ਵੀ ਸੇਮ ਇਹੀ ਗੱਲ ਕਹੀ ਜਾਂਦੀ ਹੈ ਕਿ ਸਾਨੂੰ GDP ਦਾ ਤਕਰੀਬਨ 6% ਜਿਹੜਾ ਉਹ ਸਿੱਖਿਆ ਦੇ ਉੱਤੇ, ਐਜੂਕੇਸ਼ਨ ਤੇ ਖਰਚ ਕਰਨਾ ਚਾਹੀਦਾ। ਪਰ ਹੈਰਾਨੀ ਦੀ ਗੱਲ ਹੈ ਕਿ 50 ਸਾਲ ਬਾਅਦ ਵੀ ਅਸੀਂ ਉਸ ਟੀਚੇ ਨੂੰ ਪੂਰਾ ਨਹੀਂ ਕਰ ਸਕੇ, ਕਿਉਂਕਿ ਅੱਜ ਵੀ ਜੇ ਅਸੀਂ ਦੇਖੀਏ ਤੇ ਸਾਡੀ ਐਜੂਕੇਸ਼ਨ ਦੇ ਉੱਤੇ GDP ਦਾ ਤਕਰੀਬਨ 3.5 ਤੋਂ ਲੈ ਕੇ 4% ਦੇ ਵਿੱਚ ਜਿਹੜਾ ਉਹ ਖਰਚ ਹੁੰਦਾ ਹੈ। ਜੇ ਅਸੀਂ ਪਿਛਲੇ ਇੰਨੇ ਲੰਬੇ ਸਮੇਂ ਤੋਂ ਇਸ ਸਿਸਟਮ ਨੂੰ ਨਹੀਂ ਬਦਲਾਅ ਦੇ ਵਿੱਚ ਲਿਆ ਸਕੇ, ਅਸੀਂ ਆਪਣੇ ਉਸ 6% ਵਾਲੇ ਖਰਚੇ ਨੂੰ ਅਮਲ ਦੇ ਵਿੱਚ ਨਹੀਂ ਲਿਆ ਸਕੇ, ਅੱਗੋਂ ਸਰਕਾਰ ਇਸ ਨੂੰ ਕਿਸ ਤਰ੍ਹਾਂ 6% ਤੇ ਲੈ ਕੇ ਜਾਏਗੀ, ਇਹਦੇ ਬਾਰੇ ਵੀ ਹਜੇ ਇਹ ਪਾਲਿਸੀ ਜਿਹੜੀ ਹੈ ਉਹ ਚੁੱਪ ਹੈ, ਜਿਹਦੇ ਬਾਰੇ ਇਹ ਜ਼ਿਕਰ ਨਹੀਂ ਕੀਤਾ ਗਿਆ। ਇੱਕ ਪਾਸੇ ਤੇ ਇਹ ਵੀ ਜ਼ਿਕਰ ਕੀਤਾ ਗਿਆ ਇਸ ਪਾਲਿਸੀ ਦੇ ਵਿੱਚ ਕਿ ਸਰਕਾਰਾਂ ਦੇ ਖਰਚ ਦਾ ਜੋ ਤਕਰੀਬਨ 20% ਹਿੱਸਾ ਉਹ ਵੀ ਐਜੂਕੇਸ਼ਨ ਦੇ ਉੱਤੇ ਖਰਚ ਹੋਣਾ ਚਾਹੀਦਾ, ਜਿਹੜਾ ਕਿ ਅੱਜ ਤੱਕ ਤਕਰੀਬਨ 10 ਤੋਂ ਲੈ ਕੇ ਤੇ 12% ਦੇ ਵਿੱਚ ਆ। 10% ਤੋਂ ਲੈ ਕੇ 12% ਦੇ ਵਿੱਚ ਜਿਹੜਾ ਖਰਚ ਕੀਤਾ ਜਾਂਦਾ।
ਤਾਂ ਇਸ ਨੂੰ 20% ਤੇ ਕਿਸ ਤਰ੍ਹਾਂ ਲੈ ਕੇ ਜਾਣਾ, ਇਹਦੇ ਬਾਰੇ ਵੀ ਹਜੇ ਇਸ ਪਾਲਿਸੀ ਦੇ ਵਿੱਚ ਕਿਸੇ ਸਪਸ਼ਟ ਤਰੀਕੇ ਦੇ ਨਾਲ ਕੋਈ ਗੱਲ ਨਹੀਂ ਕੀਤੀ ਗਈ। ਪਰ ਜਿਹੜੀਆਂ ਚੰਗੀਆਂ ਗੱਲਾਂ ਜੇ ਅਸੀਂ ਇਸ ਪਾਲਿਸੀ ਦੇ ਵੱਲ ਧਿਆਨ ਮਾਰੀਏ, ਤੇ ਜਿਸ ਤਰ੍ਹਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ, ਜਦੋਂ ਯੂਪੀਏ ਦੀ ਸਰਕਾਰ ਸੀ ਡਾਕਟਰ ਮਨਮੋਹਨ ਸਿੰਘ ਜੀ ਦੀ ਅਗਵਾਈ ਵਿੱਚ, ਉਦੋਂ RTE ਰਾਈਟ ਟੂ ਐਜੂਕੇਸ਼ਨ ਐਕਟ ਲਾਗੂ ਕੀਤਾ ਗਿਆ ਸੀ, ਜਿਸ ਦੇ ਵਿੱਚ 6 ਸਾਲ ਤੋਂ ਲੈ ਕੇ ਤੇ 14 ਸਾਲ ਦੇ ਬੱਚਿਆਂ ਦੇ ਵਿਕਾਸ ਦੀ ਗੱਲ, ਉਹਨਾਂ ਵਾਸਤੇ ਮੁਫਤ ਐਜੂਕੇਸ਼ਨ ਵਿਦਿਆ ਪ੍ਰਦਾਨ ਕਰਨ ਦੀ ਗੱਲ ਕੀਤੀ ਗਈ ਸੀ, ਜਿਸ ਨੂੰ ਅਮਲੀ ਰੂਪ ਦੇ ਵਿੱਚ ਲਾਗੂ ਵੀ ਕੀਤਾ ਗਿਆ ਔਰ ਅੱਜ ਵੀ ਉਹ ਚੱਲ ਰਿਹਾ। ਉਸੇ ਹੀ ਚੀਜ਼ ਨੂੰ ਲੈ ਕੇ ਜਿਹੜਾ ਇੱਕ ਵਿਸਥਾਰ ਕੀਤਾ ਗਿਆ, ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਦੇ ਵਿੱਚ, ਜਿੱਥੇ ਪਹਿਲਾਂ 6 ਤੋਂ ਲੈ ਕੇ 14 ਸਾਲ ਦੇ ਬੱਚਿਆਂ ਦੀ ਗੱਲ ਕੀਤੀ ਗਈ ਸੀ, ਉਹਦਾ ਦਾਇਰਾ ਹੁਣ ਵਧਾ ਕੇ 3 ਤੋਂ ਲੈ ਕੇ 18 ਸਾਲ ਤੱਕ ਕੀਤਾ ਗਿਆ। ਇਹ ਇੱਕ ਬਹੁਤ ਵਧੀਆ ਉਪਰਾਲਾ ਹੈ। ਔਰ ਮਿਡ ਡੇ ਮੀਲ ਜਿਹੜੀ ਇੱਕ ਸਕੀਮ, ਜਿਹੜੀ ਇੱਕ ਯੋਜਨਾ ਦੇ ਤਹਿਤ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਦੁਪਹਿਰ ਦਾ ਭੋਜਨ ਦਿੱਤਾ ਜਾਂਦਾ ਹੈ, ਉਸ ਦੇ ਵਿੱਚ ਵੀ ਬਹੁਤ ਵਧੀਆ ਇੱਕ ਸੁਧਾਰ ਕਰਕੇ ਇੱਥੇ ਬੱਚਿਆਂ ਨੂੰ ਹੁਣ ਸਵੇਰ ਦਾ ਖਾਣਾ ਭਾਵ ਬ੍ਰੇਕਫਾਸਟ ਵੀ ਨਾਲ ਦਿੱਤਾ ਜਾਏਗਾ। ਇਹ ਵੀ ਇੱਕ ਬਹੁਤ ਚੰਗਾ ਉਪਰਾਲਾ ਜਿਹੜਾ ਇਸ ਪਾਲਿਸੀ ਦੇ ਵਿੱਚ ਕੀਤਾ ਗਿਆ। ਛੋਟੇ ਬੱਚੇ ਜਦੋਂ ਸਕੂਲ ਦੇ ਵਿੱਚ ਦਾਖਲ ਹੁੰਦੇ ਨੇ ਤੇ ਉਹਨਾਂ ਦੀ ਇੱਕ ਡ੍ਰੌਪ ਆਊਟ ਰੇਸ਼ੋ ਦਾ ਮਤਲਬ ਹੈ ਕਿ ਜੇ ਉਦਾਹਰਨ ਦੇ ਤੌਰ ਤੇ ਗੱਲ ਕਰੀਏ, 100 ਬੱਚਿਆਂ ਨੇ ਸਕੂਲ ਦੇ ਵਿੱਚ ਦਾਖਲਾ ਲਿਆ, ਤੇ ਜਿਵੇਂ ਜਿਵੇਂ ਉਹ ਅੱਗੇ ਉੱਪਰਲੀਆਂ ਕਲਾਸਾਂ ਨੂੰ ਜਾਂਦੇ ਨੇ ਤੇ ਉਹ 100 ਦੇ ਵਿੱਚੋਂ ਉਹਨਾਂ ਦੀ ਗਿਣਤੀ ਘਟਦੀ 40 ਜਾਂ 50 ਰਹਿ ਜਾਂਦੀ ਹੈ। ਤਕਰੀਬਨ ਮੰਨ ਕੇ ਚੱਲੀਏ ਵੀ 50% ਦੇ ਕਰੀਬ ਉਹ ਡ੍ਰੌਪ ਆਊਟ ਰੇਸ਼ੋ ਹੈ। ਪਰ ਇਸ ਨਿਊ ਐਜੂਕੇਸ਼ਨ ਪਾਲਿਸੀ ਦੇ ਵਿੱਚ ਜੇ ਅਸੀਂ ਗੱਲ ਕਰੀਏ 2020 ਦੀ ਜਿਹੜੀ ਪਾਲਿਸੀ ਹੈ, ਉਹਦੇ ਵਿੱਚ ਵੀ ਇਸ ਗੱਲ ਤੇ ਬੜਾ ਜ਼ੋਰ ਦਿੱਤਾ ਗਿਆ ਕਿ ਅਸੀਂ ਡ੍ਰੌਪ ਆਊਟ ਰੇਸ਼ੋ ਨੂੰ ਘਟਾ ਕੇ ਇੱਕ 100% ਦਾ ਟੀਚਾ ਰੱਖਿਆ ਗਿਆ ਕਿ ਇਸ ਨੂੰ ਅਸੀਂ ਬਿਲਕੁਲ ਹੀ ਖਤਮ ਕਰਨਾ ਹੈ, ਤਾਂ ਕਿ ਘੱਟ ਤੋਂ ਘੱਟ ਜਿਹੜੇ ਬੱਚੇ ਨੇ ਉਹ ਪੜ੍ਹਾਈ ਨੂੰ ਵਿੱਚ ਛੱਡ ਕੇ ਜਾਣ। ਔਰ ਉਹਦੇ ਬਾਰੇ ਬੜੇ ਵਿਸਥਾਰ ਦੇ ਨਾਲ ਇੱਕ ਜੋ ਸੁਝਾਅ ਦਿੱਤਾ ਗਿਆ ਇਸ ਪਾਲਿਸੀ ਦੇ ਵਿੱਚ, ਉਹ ਮੈਂ ਆਪ ਜੀ ਨਾਲ ਇਸ ਤੋਂ ਅਗਲੀ ਵੀਡੀਓ ਦੇ ਵਿੱਚ ਸਾਂਝੀ ਵੀ ਕਰਾਂਗਾ। ਉਹਦਾ ਲਿੰਕ ਜਿਹੜਾ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਹੈ, ਤੁਸੀਂ ਉਸ ਵੀਡੀਓ ਨੂੰ ਜ਼ਰੂਰ ਦੇਖੋ। ECCE ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ ਬਹੁਤ ਇੱਕ ਅਹਿਮ ਮੁੱਦਾ ਸਾਡੇ ਐਜੂਕੇਸ਼ਨ ਦਾ, ਭਾਵ ਜਿਸ ਦੇ ਵਿੱਚ ਨਰਸਰੀ ਕਲਾਸ 3 ਸਾਲ ਤੋਂ ਲੈ ਕੇ ਉੱਪਰਲੀ ਜਿਹੜੇ ਉਮਰ ਦੇ ਬੱਚੇ ਨੇ, ਕਿਉਂਕਿ 3 ਸਾਲ ਦੇ ਬੱਚੇ ਨੂੰ ਇਸ ਪਾਲਿਸੀ ਤਹਿਤ ਹੈ ਕਿ ਸਕੂਲ ਦੇ ਵਿੱਚ ਦਾਖਲਾ ਕਰਵਾਇਆ ਜਾਏਗਾ। ਉਸ ਤੋਂ ਬਾਅਦ ਜੋ ਆਂਗਣਵਾੜੀ ਜਾਂ ਹੋਰ ਸਾਧਨਾਂ ਦੇ ਨਾਲ ਉਸ ਬੱਚੇ ਨੂੰ ਅਸੀਂ ਇੱਕ ਐਜੂਕੇਸ਼ਨ, ਇੱਕ ਵਿੱਦਿਆ ਪ੍ਰੋਵਾਈਡ ਕਰਨੀ ਹੈ, ਵਿੱਦਿਆ ਦੇਣੀ ਹੈ, ਉਸ ਦੇ ਉੱਤੇ ਬਹੁਤ ਵਧੀਆ ਧਿਆਨ ਦਿੱਤਾ ਗਿਆ। ਇਹ ਇੱਕ ਬਹੁਤ ਵਧੀਆ ਉਪਰਾਲਾ, ਕਿਉਂਕਿ ਜੇ ਗੱਲ ਕਰੀਏ ਅਸੀਂ ਵਿਕਸਿਤ ਦੇਸ਼ਾਂ ਦੀ ਗੱਲ ਕਰੀਏ, ਬਹੁਤ ਸਾਰੀਆਂ ਜਿਹੜੀਆਂ ਵਿਕਸਿਤ ਦੇਸ਼ ਨੇ ਉਹਨਾਂ ਦੇ ਵਿੱਚ ਪਹਿਲਾਂ ਹੀ ਇਸ ਗਰੁੱਪ ਨੂੰ ਬਹੁਤ ਹੀ ਧਿਆਨ ਦੇ ਨਾਲ ਉਹਨਾਂ ਦੇ ਉੱਤੇ ਫੋਕਸ ਕਰਕੇ ਉਸ ਬੱਚਿਆਂ ਦੇ ਵਿਕਾਸ ਦੀ ਗੱਲ ਕੀਤੀ ਜਾਂਦੀ ਹੈ ਔਰ ਪ੍ਰੈਕਟੀਕਲ ਤੌਰ ਦੇ ਉੱਤੇ ਬੱਚਿਆਂ ਦਾ ਵਿਕਾਸ ਵੀ ਕੀਤਾ ਜਾਂਦਾ ਹੈ, ਕਿਉਂਕਿ ਇਹ ਮਹਿਸੂਸ ਕੀਤਾ ਜਾਂਦਾ ਕਿ ਜਿਹੜਾ ਇਹ ਇੱਕ ਸਮਾਂ, ਇੱਕ ਬੜਾ ਇੱਕ ਕ੍ਰਿਟੀਕਲ ਜਿਹੜਾ ਸਮਾਂ ਹੁੰਦਾ ਬੱਚਿਆਂ ਦੀ ਏਜ ਦਾ, ਤੇ ਜੇ ਇਸ ਸਮੇਂ ਦੇ ਵਿੱਚ ਬੱਚੇ ਨੂੰ ਸਹੀ ਢੰਗ ਦੇ ਨਾਲ ਇੱਕ ਵਿੱਦਿਆ ਦਿੱਤੀ ਜਾਵੇ ਤੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਉਹ ਬੱਚਾ ਬਹੁਤ ਹੀ ਵਧੀਆ ਜਿਹੜਾ ਇੱਕ ਤਰੱਕੀਆਂ ਕਰ ਸਕਦਾ ਹੈ। ਉਸ ਚੀਜ਼ ਨੂੰ ਇਸ ਪਾਲਿਸੀ ਦੇ ਵਿੱਚ ਬੜਾ ਫੋਕਸ ਕੀਤਾ ਗਿਆ। ਸਕੂਲਾਂ ਦੇ ਵਿੱਚ ਬੱਚਿਆਂ ਨੂੰ ਬਰਾਬਰ ਦਾ ਅਧਿਕਾਰ ਮਿਲੇ, ਬਰਾਬਰ ਦਾ ਸਨਮਾਨ ਮਿਲੇ, ਉਹਦਾ ਜ਼ਿਕਰ ਵੀ ਇਸ ਪਾਲਿਸੀ ਦੇ ਵਿੱਚ ਕੀਤਾ ਗਿਆ ਹੈ ਔਰ ਇਹ ਇੱਕ ਬਹੁਤ ਵਧੀਆ ਇੱਕ ਇਹਦਾ ਪੋਜ਼ਿਟਿਵ, ਇੱਕ ਇਹਦਾ ਪਲੱਸ ਪੁਆਇੰਟ ਹੈ। ਅਗਲੀ ਜਿਹੜੀ ਗੱਲ, ਛੋਟੇ ਜੋ ਸਕੂਲ ਨੇ ਇੱਕ ਇਲਾਕੇ ਦੇ ਵਿੱਚ, ਜਿੱਥੇ ਪੂਰੀ ਤਰ੍ਹਾਂ ਦੇ ਨਾਲ ਸਾਰੇ ਵਿਸ਼ਿਆਂ ਦੇ ਉੱਤੇ, ਉਦਾਹਰਨ ਦੇ ਤੌਰ ਤੇ ਕਿਸੇ ਸਕੂਲ ਦੇ ਵਿੱਚ ਕੋਈ ਮਿਊਜ਼ਿਕ ਟੀਚਰ ਹੈ ਤੇ ਦੂਜੇ ਸਕੂਲ ਦੇ ਵਿੱਚ ਫਿਜ਼ੀਕਲ ਐਜੂਕੇਸ਼ਨ ਟੀਚਰ ਹੈ, ਉੱਥੇ ਮਿਊਜ਼ਿਕ ਨਹੀਂ ਹੈ, ਉੱਥੇ ਫਿਜ਼ੀਕਲ ਐਜੂਕੇਸ਼ਨ ਨਹੀਂ ਹੈ। ਇਸ ਤਰ੍ਹਾਂ ਜੋ ਛੋਟੇ ਸਕੂਲਾਂ ਨੂੰ ਜੋੜ ਕੇ ਫਿਜ਼ੀਕਲੀ ਉਹ ਸਕੂਲ ਆਪਣੀ ਜਗ੍ਹਾ ਤੇ ਰਹਿਣਗੇ, ਪਰ ਇਸ ਤਰ੍ਹਾਂ ਦਾ ਇੱਕ ਸਿਸਟਮ ਬਣਾ ਕੇ ਕਿ ਉਹਨਾਂ ਸਾਰੀਆਂ ਸੇਵਾਵਾਂ ਨੂੰ ਇੱਕ ਜਗ੍ਹਾ ਤੇ ਇਕੱਠਾ ਕਰਕੇ
ਤਕਰੀਬਨ ਸਾਰੀਆਂ ਜਿਹੜੀਆਂ ਸੇਵਾਵਾਂ ਨੇ ਉਹ ਸਾਰੀਆਂ ਜਗ੍ਹਾ ਤੇ ਉੱਤੇ ਪਹੁੰਚਾਈਆਂ ਜਾਣ। ਇਹ ਇੱਕ ਬਹੁਤ ਵਧੀਆ ਉਪਰਾਲਾ ਹੈ ਕਿ ਛੋਟੇ-ਛੋਟੇ ਸਕੂਲਾਂ ਨੂੰ ਕਿਸੇ ਤਰੀਕੇ ਦੇ ਨਾਲ ਜੋੜ ਕੇ ਤਾਂ ਕਿ ਹਰ ਸਹੂਲਤ ਜਿਹੜੀ ਹੈ ਉੱਥੋਂ ਦੇ ਉਹ ਬੱਚਿਆਂ ਨੂੰ ਦਿੱਤੀ ਜਾ ਸਕੇ। ਅਗਲੀ ਜਿਹੜੀ ਗੱਲ ਟੀਚਰ ਰਿਕਰੂਟਮੈਂਟ ਦੀ, ਕਿਉਂਕਿ ਪਹਿਲਾਂ ਵੀ ਕਈ ਵਾਰੀ ਇਸ ਵਿਸ਼ੇ ਦੇ ਉੱਤੇ ਬੜੀਆਂ ਪਾਲਿਸੀਆਂ ਬਣੀਆਂ। ਗੈਸਟ ਲੈਕਚਰ ਦੀ ਗੱਲ ਕਰੀਏ, ਗੈਸਟ ਫੈਕਲਟੀ ਦੀ ਗੱਲ ਕਰੀਏ, ਟੀਚਰਾਂ ਦੀਆਂ ਬਹੁਤ ਜ਼ਿਆਦਾ ਕੈਟਾਗਰੀ ਬਣ ਗਈਆਂ, ਜਿਸ ਤਰ੍ਹਾਂ ਸਿੱਖਿਆ ਮਿੱਤਰ ਬਣ ਗਈ, STR ਵਲੰਟੀਅਰ ਬਣ ਗਏ, ਹੋਰ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਟੀਚਰਾਂ ਦੀਆਂ ਕੈਟਾਗਰੀ ਬਣਾ ਦਿੱਤੀਆਂ ਗਈਆਂ। ਉਸ ਚੀਜ਼ ਨੂੰ ਖਤਮ ਕਰਨ ਵਾਸਤੇ, ਕਿਉਂਕਿ ਅਕਸਰ ਇਹਨਾਂ ਦੇ ਵਿੱਚ ਅਗਰ ਦੇਖਿਆ ਜਾਵੇ ਤੇ ਸੱਚਾਈ ਇਹ ਹੈ ਕਿ ਅਧਿਆਪਕਾਂ ਦਾ ਸ਼ੋਸ਼ਣ ਜ਼ਿਆਦਾ ਹੁੰਦਾ ਤੇ ਉਸ ਨੂੰ ਇੱਕ ਤਨਖਾਹ ਦੇ ਰੂਪ ਦੇ ਵਿੱਚ ਬਹੁਤ ਘੱਟ ਉਹਨੂੰ ਪੈਸੇ ਮਿਲਦੇ ਨੇ। ਤੇ ਜੇ ਸਾਡੇ ਇੱਕ ਅਧਿਆਪਕ ਨੂੰ ਜਿਸ ਨੇ ਬੱਚਿਆਂ ਨੂੰ ਪੜ੍ਹਾਉਣਾ ਹੈ ਆਪਣੇ ਪੂਰੇ ਜ਼ੋਰ ਦੇ ਨਾਲ, ਆਪਣੀ ਪੂਰੀ ਮਿਹਨਤ ਦੇ ਨਾਲ, ਤੇ ਜੇ ਉਸ ਨੂੰ ਪੂਰਾ ਮਿਹਨਤਾਨਾ ਹੀ ਨਹੀਂ ਮਿਲੇਗਾ ਉਹ ਕਿਸ ਤਰ੍ਹਾਂ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰ ਸਕਦਾ ਹੈ। ਤਕਰੀਬਨ 30 ਕਰੋੜ ਦੇ ਬੱਚੇ, ਇਸ ਜੇ ਅਸੀਂ ਗੱਲ ਕਰੀਏ 30 ਕਰੋੜ ਬੱਚੇ 80 ਲੱਖ ਟੀਚਰਾਂ ਤੋਂ ਪੜ੍ਹ ਰਹੇ ਨੇ। ਔਰ ਹੁਣ ਨਵੀਂ ਪਾਲਿਸੀ ਦੇ ਵਿੱਚ ਇਹ ਗੱਲ ਕੀਤੀ ਗਈ ਹੈ ਕਿ ਜਿਹੜੀ ਉਹਨਾਂ ਦੀ ਇੱਕ ਰਿਕਰੂਟਮੈਂਟ ਹੈ ਟੀਚਰਾਂ ਦੀ, ਉਹ ਬੜੀ ਪਾਰਦਰਸ਼ੀ ਢੰਗ ਨਾਲ ਹੋਵੇਗੀ। JS ਵਰਮਾ ਦੀ ਕਮੇਟੀ ਵੀ ਇਹ ਪਹਿਲਾਂ ਬਹੁਤ ਵਾਰੀ ਕਹਿ ਚੁੱਕੀ ਹੈ, ਪਰ ਹੁਣ ਇਸ ਨਵੀਂ ਪਾਲਿਸੀ ਦੇ ਵਿੱਚ ਵੀ ਇਹ ਜ਼ਿਕਰ ਕੀਤਾ ਗਿਆ ਹੈ। ਇਹ ਵੀ ਇੱਕ ਬਹੁਤ ਵਧੀਆ ਗੱਲ ਹੈ। ਅਗਲਾ ਜਿਹੜਾ ਪੁਆਇੰਟ ਜਿਹੜਾ ਇਸ ਪਾਲਿਸੀ 'ਚ ਰੱਖਿਆ ਗਿਆ, ਜਿੱਥੇ 1 ਤੋਂ ਲੈ ਕੇ 5th ਤੱਕ ਦੀ ਗੱਲ ਕਰੀਏ, 5ਵੀਂ ਕਲਾਸ ਤੱਕ ਦੀ ਗੱਲ ਕਰੀਏ, ਬੱਚਿਆਂ ਨੂੰ ਮਾਤ ਭਾਸ਼ਾ, ਜਿਹਨੂੰ ਅਸੀਂ ਮਦਰ ਟੰਗ ਬੋਲਦੇ ਹਾਂ, ਮਾਂ ਬੋਲੀ ਦੇ ਵਿੱਚ ਪੜ੍ਹਾਉਣ ਬਾਰੇ ਜੋ ਇੱਕ ਵਿਸ਼ੇਸ਼ ਤੌਰ ਤੇ ਸੁਝਾਅ ਦਿੱਤਾ ਗਿਆ, ਇਹ ਇੱਕ ਬਹੁਤ ਵਧੀਆ ਉਪਰਾਲਾ ਹੈ। ਹਾਲਾਂਕਿ 3 ਲੈਂਗੁਏਜ ਫਾਰਮੂਲਾ ਜਿਹੜਾ ਪਹਿਲਾਂ ਵੀ ਚੱਲ ਰਿਹਾ ਹੈ, ਜਿਸ ਦੇ ਵਿੱਚ ਬੱਚੇ ਆਪਣੀ ਮਾਤ ਭਾਸ਼ਾ ਦੇ ਨਾਲ 2 ਹੋਰ ਭਾਸ਼ਾਵਾਂ ਦੇ ਵਿੱਚ ਪੜ੍ਹ ਸਕਦੇ ਨੇ। ਔਰ ਇਹ ਸੇਮ ਇਸੇ ਤਰ੍ਹਾਂ ਇਸ ਪਾਲਿਸੀ ਦੇ ਵਿੱਚ ਕਿ ਬੱਚੇ ਜਿੱਥੇ ਆਪਣੀ ਮਦਰ ਲੈਂਗੁਏਜ ਦੇ ਵਿੱਚ, ਆਪਣੀ ਮਾਂ ਬੋਲੀ ਤੋਂ ਇਲਾਵਾ ਦੂਸਰੀ ਭਾਸ਼ਾ ਦੇ ਵਿੱਚ ਵੀ ਬੱਚੇ ਪੜ੍ਹ ਸਕਦੇ ਨੇ, ਪਰ ਜਿਹੜਾ ਵਿਸ਼ੇਸ਼ ਤੌਰ ਤੇ ਜ਼ੋਰ ਉਹ ਮਾਂ ਬੋਲੀ ਨੂੰ ਦਿੱਤਾ ਗਿਆ, ਇਹ ਇੱਕ ਬਹੁਤ ਵਧੀਆ ਉਪਰਾਲਾ ਹੈ। ਬੱਚੇ ਦੇ ਵਿਕਾਸ ਦੇ ਲਈ ਇਹ ਇੱਕ ਬਹੁਤ ਵਧੀਆ ਜਿਹੜਾ ਇਹ ਸਹਾਇਕ ਸਿੱਧ ਹੋਣ ਵਾਲੀ ਗੱਲ ਹੈ, ਕਿਉਂਕਿ ਇੰਗਲਿਸ਼ ਲਰਨਿੰਗ ਤੇ ਇੰਗਲਿਸ਼ ਮੀਡੀਅਮ ਦੇ ਵਿੱਚ ਲਰਨ ਕਰਨਾ ਇਹ 2 ਵੱਖ-ਵੱਖ ਚੀਜ਼ਾਂ ਨੇ। ਪਰ ਹੁਣ ਤੱਕ ਜੋ ਹੁੰਦਾ ਹੈ ਕਿ ਉਹ ਬੱਚਿਆਂ ਨੂੰ ਇੰਗਲਿਸ਼ ਮੀਡੀਅਮ ਦੇ ਵਿੱਚ ਜ਼ਿਆਦਾ ਫੋਕਸ ਕੀਤਾ ਜਾਂਦਾ ਹੈ, ਉਹਨਾਂ ਨੂੰ ਇੰਗਲਿਸ਼ ਲਰਨ ਵਾਲੇ ਪਾਸੇ ਨਹੀਂ ਭੇਜਿਆ ਜਾਂਦਾ, ਉਹਨਾਂ ਨੂੰ ਇੰਗਲਿਸ਼ ਮੀਡੀਅਮ ਵਾਲੇ ਪਾਸੇ ਭੇਜਿਆ ਜਾਂਦਾ ਹੈ। ਉਹ ਜਿਸ ਦੇ ਨਤੀਜੇ ਅੱਜ ਆਪਣੇ ਸਾਹਮਣੇ ਨੇ। ਜੇ ਅਸੀਂ ਇੱਕ ਪੰਜਾਬ ਸੂਬੇ ਦੀ ਗੱਲ ਕਰੀਏ ਤੇ ਅੱਜ ਸਾਡੇ ਜਿਹੜੇ ਪਿੰਡਾਂ ਦੇ ਵਿੱਚ ਜਾਂ ਜਿਹੜੇ ਸਾਡੇ ਰਿਮੋਟ ਏਰੀਆ ਦੀ ਅਸੀਂ ਗੱਲ ਕਰੀਏ, ਬਹੁਤ ਭਾਰੀ ਗਿਣਤੀ ਦੇ ਵਿੱਚ ਸਾਡੇ ਬੱਚਿਆਂ ਦੇ ਵਿੱਚ ਇੱਕ ਭੰਡਾਰ ਭਰਿਆ ਪਿਆ, ਪਰ ਉਹ ਜਦੋਂ ਉਹਨਾਂ ਦੀ ਲਿਆਕਤ ਨੂੰ ਸਾਹਮਣੇ ਲਿਆਉਂਦਾ ਕੋਈ ਸਮਾਂ ਬਣਦਾ, ਉਹਨਾਂ ਬੱਚਿਆਂ ਦੇ ਵਿੱਚ ਇੱਕ ਇਹ ਭਾਵਨਾ ਆ ਜਾਂਦੀ ਹੈ ਕਿ ਮੈਨੂੰ ਇੰਗਲਿਸ਼ ਨਹੀਂ ਆਉਂਦੀ, ਮੈਂ ਇੰਗਲਿਸ਼ ਨਹੀਂ ਬੋਲ ਸਕਦਾ, ਮੈਂ ਇੰਗਲਿਸ਼ ਨਹੀਂ ਬੋਲ ਸਕਦੀ, ਤੇ ਉਹ ਸਾਡੇ ਬੱਚੇ ਬਹੁਤ ਪਿੱਛੇ ਰਹਿ ਜਾਂਦੇ ਨੇ। ਉਹਨਾਂ ਬੱਚਿਆਂ ਦੇ ਵਿੱਚ ਜਿਹੜੀ ਇੱਕ ਕਲਾ ਕੁਦਰਤ ਦੀ ਤੌਰ ਤੇ ਭਰੀ ਗਈ ਹੈ, ਉਹ ਉਹਨਾਂ ਬੱਚਿਆਂ ਨੂੰ ਵਿਕਸਿਤ ਨਹੀਂ ਹੋ ਪਾਉਂਦੀ। ਔਰ ਇਸ ਪਾਲਿਸੀ ਦੇ ਵਿੱਚ ਉਸ ਜਿਹੜਾ ਲੈਂਗੁਏਜ ਬੈਰੀਅਰ ਨੂੰ ਖਤਮ ਕੀਤਾ ਗਿਆ, ਇਹ ਵੀ ਇੱਕ ਬਹੁਤ ਵੱਡੀ ਗੱਲ ਹੈ। ਦੂਸਰੇ ਪਾਸੇ ਗੱਲ ਕਰੀਏ ਇੱਕ ਲਿਬਰਲ ਐਜੂਕੇਸ਼ਨ ਦੀ, ਜਿਵੇਂ IIT ਦੇ ਵਿੱਚ ਇੱਕ ਬੱਚਾ ਪੜ੍ਹਦਾ ਹੈ, ਉਹ ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਕਰਦਾ ਹੈ, ਉਹਦੇ ਨਾਲ ਨਾਲ ਹੁਣ ਉਹ ਬੱਚਾ ਹਿਸਟਰੀ, ਲਿਟਰੇਚਰ ਤੇ ਸੋਸ਼ੀਓਲੋਜੀ, ਇਸ ਤਰ੍ਹਾਂ ਦੀਆਂ ਜਿਹੜੀਆਂ ਹੋਰ ਵਿਸ਼ਿਆਂ ਦੇ ਉੱਤੇ ਵੀ ਆਪਣੇ ਆਪ ਨੂੰ ਵਿਕਾਸ ਕਰ ਸਕਦਾ ਹੈ। ਅਗਰ ਉਹਨੂੰ ਚਾਹੁੰਦਾ ਹੈ ਕਿ ਮੈਂ ਇਹਦੇ ਨਾਲ ਨਾਲ ਇਹਨਾਂ ਵਿਸ਼ਿਆਂ ਦੇ ਸੰਬੰਧ ਦੇ ਵਿੱਚ ਜਿਹੜੇ ਵੋਕੈਬਲਰੀ ਜਿਹੜੇ ਵਿਸ਼ੇ ਨੇ ਉਹਨਾਂ ਨੂੰ ਪੜ੍ਹਨਾ ਚਾਹਾਂ, ਮੈਂ ਉਹਨਾਂ ਨੂੰ ਪੜ੍ਹਨਾ ਚਾਹੁੰਦਾ, ਤੇ ਉਹਦੇ ਵਾਸਤੇ ਵੀ ਜਿਹੜਾ ਇੱਕ ਨਵਾਂ ਰਸਤਾ ਇਸ ਪਾਲਿਸੀ ਦੇ ਵਿੱਚ ਖੋਲ੍ਹਿਆ ਗਿਆ। ਔਰ ਇੱਕ ਗੱਲ ਕੀਤੀ ਗਈ ਹੈ ਜੀ ਮਲਟੀ ਡਿਸਪਲਿਨਰੀ ਯੂਨੀਵਰਸਿਟੀਜ਼ ਦੀ, ਉਹਦੇ ਵਾਸਤੇ ਇੱਕ ਸਰਕਾਰ ਵੱਲੋਂ ਜੋ ਇੱਕ ਸਪੈਸ਼ਲ ਤੌਰ ਤੇ ਇੱਕ ਨਾਮ ਦਿੱਤਾ ਗਿਆ MDHEI। ਇਹਦਾ ਮਤਲਬ ਮਲਟੀ
ਡਿਸਪਲਿਨਰੀ ਹਾਇਰ ਐਜੂਕੇਸ਼ਨ ਇੰਸਟੀਚਿਊਟਸ ਬਣਾਉਣ ਦੀ ਗੱਲ ਕੀਤੀ ਗਈ ਹੈ, ਜਿਹਦੇ ਵਿੱਚ IIT ਦੇ ਵਿੱਚ ਬੱਚਾ ਚਾਹੇ, ਜਿੱਥੇ ਅੱਜ ਤੱਕ ਅਸੀਂ ਇਹ ਪੜ੍ਹਿਆ, ਅੱਜ ਤੱਕ ਅਸੀਂ ਇਹ ਸੁਣਿਆ ਕਿ IIT ਦੇ ਵਿੱਚ ਇੰਜੀਨੀਅਰਿੰਗ ਬੱਚਾ ਕਰ ਸਕਦਾ ਹੈ, ਤੇ FTI ਦੇ ਵਿੱਚ ਫਿਲਮ ਟ੍ਰੇਨਿੰਗ ਇੰਸਟੀਚਿਊਟ ਦੇ ਵਿੱਚ ਬੱਚਾ ਇੱਕ ਫਿਲਮ ਇੰਡਸਟਰੀ ਦੇ ਨਾਲ ਦੀ ਪੜ੍ਹਾਈ ਕਰ ਸਕਦਾ। ਉਸ ਤੋਂ ਹਟ ਕੇ ਥੋੜਾ ਜਿਹਾ ਇਸ ਪਾਲਿਸੀ ਦੇ ਵਿੱਚ ਇੱਕ ਜ਼ਿਕਰ ਕੀਤਾ ਗਿਆ ਕਿ ਬੱਚਾ IIT ਦੇ ਵਿੱਚ ਤੁਸੀਂ ਰਹਿ ਕੇ ਇੱਕ ਫਿਲਮ ਦੀ, ਇੱਕ ਐਕਟਿੰਗ ਦੀ ਕੋਰਸ ਵੀ ਕਰ ਸਕਦੇ ਹੋ, ਔਰ FTI ਦੇ ਵਿੱਚ ਰਹਿ ਕੇ ਤੁਸੀਂ ਇੱਕ ਇੰਜੀਨੀਅਰਿੰਗ ਦਾ ਕੋਰਸ, IIT ਦਾ ਕੋਰਸ ਵੀ ਪੜ੍ਹ ਸਕਦੇ ਹੋ। ਇਸੇ ਤਰ੍ਹਾਂ IIM ਦੇ ਵਿੱਚ ਰਹਿ ਕੇ ਤੁਸੀਂ ਮੈਡੀਕਲ ਦੀ ਪੜ੍ਹਾਈ ਵੀ ਕਰ ਸਕਦੇ ਹੋ, ਅਤੇ ਏਮਸ ਦੇ ਵਿੱਚ ਰਹਿ ਕੇ ਤੁਸੀਂ ਬਿਜ਼ਨਸ ਮੈਨੇਜਮੈਂਟ ਦੀ ਜਿਹੜੀ ਹੈ ਉਹ ਪੜ੍ਹਾਈ ਵੀ ਕਰ ਸਕਦੇ ਹੋ। ਇਹ ਇੱਕ ਨਵਾਂ ਜਿਹੜਾ ਫਾਰਮੂਲਾ ਸਰਕਾਰ ਵੱਲੋਂ ਇਸ ਨਵੀਂ ਸਿੱਖਿਆ ਨੀਤੀ ਦੇ ਵਿੱਚ ਦਿੱਤਾ ਗਿਆ। ਉਸ ਤੋਂ ਇਲਾਵਾ ਇੱਕ ਨਵਾਂ ਰਾਸ਼ਟਰੀ ਸਿੱਖਿਆ ਆਯੋਗ NEA, ਉਸ ਕਮੇਟੀ ਦਾ ਸੰਗਠਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਰਾਸ਼ਟਰੀ ਸਿੱਖਿਆ ਆਯੋਗ ਨਾਂ ਦਾ ਜਿਹੜਾ ਇੱਕ ਕਮੇਟੀ ਬਣਾਉਣ ਬਾਰੇ ਇਸ ਦੇ ਵਿੱਚ ਇੱਕ ਸਿਫਾਰਿਸ਼ ਕੀਤੀ ਗਈ ਹੈ, ਜਿਸ ਦੇ ਵਿੱਚ ਬੁੱਧੀਜੀਵੀ ਔਰ ਵੱਖ-ਵੱਖ ਸੂਬਿਆਂ ਦੇ ਸਿੱਖਿਆ ਮੰਤਰੀ ਹੋ ਕੇ ਜਿਹੜੇ ਇਸ ਦੇ ਮੈਂਬਰ ਹੋਣਗੇ। ਇਸ ਤੋਂ ਅੱਗੇ ਗੱਲ ਕਰੀਏ, ਇਸ ਪਾਲਿਸੀ ਦੇ ਤਹਿਤ HRD ਦਾ ਨਾਮ ਬਦਲ ਕੇ ਐਜੂਕੇਸ਼ਨ ਮਿਨਿਸਟਰੀ ਕਰ ਦਿੱਤਾ ਗਿਆ। ਇੱਕ ਬਹੁਤ ਵਧੀਆ ਉਪਰਾਲਾ ਹੈ, ਬਹੁਤ ਵਧੀਆ ਸੁਝਾਅ ਹੈ ਜਿਹੜਾ ਇਸ ਪਾਲਿਸੀ ਦਿੱਤਾ ਗਿਆ, ਪਰ ਇੱਥੇ ਸਵਾਲ ਪੈਦਾ ਹੁੰਦਾ ਕਿ ਕੇਵਲ ਨਾਮ ਬਦਲਣ ਦੇ ਨਾਲ ਕੀ ਅਸੀਂ ਆਪਣੇ ਉਹ ਸਾਰੇ ਜਿਹੜੇ ਟਾਰਗੇਟ ਨੇ ਅਸੀਂ ਉਹਨਾਂ ਨੂੰ ਪੂਰਾ ਕਰ ਸਕਾਂਗੇ? ਕਿਉਂਕਿ ਨਾਮ ਬਦਲਣ ਦੇ ਨਾਲ ਕਦੀ ਕੁਝ ਨਹੀਂ ਹੁੰਦਾ। ਇਹ ਬੜੇ ਚਿਰ ਤੋਂ ਮੰਗ ਚੱਲੀ ਆ ਰਹੀ ਹੈ ਕਿ ਸਾਨੂੰ ਇੱਕ ਸਟਰਕਚਰ ਚੇਂਜ ਕਰਨਾ ਚਾਹੀਦਾ, ਤਾਂ ਕਿ ਜਿਹੜਾ ਇਹ ਸਟਰਕਚਰ ਨੂੰ ਚੇਂਜ ਕਰਕੇ ਅਸੀਂ ਆਪਣੀ ਇਸ ਪਾਲਿਸੀ ਨੂੰ ਵਧੀਆ ਤਰੀਕੇ ਨਾਲ ਚਲਾ ਸਕੀਏ। ਪਰ ਇਸ ਪਾਲਿਸੀ ਦੇ ਵਿੱਚ ਠੀਕ ਹੈ, ਇੱਕ ਮਹਿਕਮੇ ਦਾ ਨਾਮ ਚੇਂਜ ਕਰ ਦਿੱਤਾ ਗਿਆ, ਅੱਗੇ ਇਹ ਵੀ ਕਹਿ ਦਿੱਤਾ ਗਿਆ ਕਿ ਉਹਨਾਂ ਦੇ ਕੰਮਾਂ ਦੇ ਵਿੱਚ ਵੀ ਜਿਹੜਾ ਵੰਡ ਹੋਏਗੀ, ਪਰ ਹਜੇ ਤੱਕ ਇਸ ਪਾਲਿਸੀ ਦੇ ਵਿੱਚ ਸਵਾਏ ਨਾਮ ਚੇਂਜ ਕਰਨ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦਾ ਜ਼ਿਕਰ ਨਹੀਂ ਕੀਤਾ ਗਿਆ। ਈਜ਼ੀ ਟੂ ਅੰਡਰਸਟੈਂਡ ਔਰ ਪ੍ਰੈਕਟੀਕਲ ਅਪਰੋਚ ਦੀ ਜਿਹੜੀ ਗੱਲ ਇਸ ਪਾਲਿਸੀ ਦੇ ਵਿੱਚ ਕੀਤੀ ਗਈ ਹੈ, ਉਹ ਵੀ ਇੱਕ ਬਹੁਤ ਵਧੀਆ ਉਪਰਾਲਾ ਹੈ, ਕਿਉਂਕਿ ਸਮੇਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਕਿਤਾਬਾਂ ਦੇ ਵਿੱਚੋਂ ਇੱਕ ਕਿਤਾਬੀ ਕੀੜੇ ਨੂੰ ਬਾਹਰ ਕੱਢਣ ਵਾਸਤੇ ਇਹ ਜਿਹੜੀਆਂ ਪ੍ਰੈਕਟੀਕਲ ਅਪਰੋਚ ਹੋਣੀਆਂ ਬਹੁਤ ਜ਼ਰੂਰੀ ਨੇ। ਇਹ ਇੱਕ ਬਹੁਤ ਵਧੀਆ ਉਪਰਾਲਾ ਹੈ। ਹੁਣ ਥੋੜਾ ਜਿਹਾ ਵਿਸਤਾਰ ਨਾਲ ਗੱਲ ਕਰੀਏ ਅਗਰ ਇਸ ਪਾਲਿਸੀ ਬਾਰੇ, ਤੇ ਇਹ ਇੱਕ ਹਾਈਲੀ ਰੈਗੂਲੇਟਡ ਐਂਡ ਪੂਅਰਲੀ ਫੰਡਡ ਪਾਲਿਸੀ ਹੈ। ਹਾਈਲੀ ਰੈਗੂਲੇਟਡ ਤੇ ਪੂਅਰ ਫੰਡਡ ਪਾਲਿਸੀ ਦਾ ਮਤਲਬ, ਹਾਈਲੀ ਰੈਗੂਲੇਟਡ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਜੇ ਇਸ ਪਾਲਿਸੀ ਨੂੰ ਧਿਆਨ ਨਾਲ ਦੇਖੀਏ ਤੇ ਇਹਦੇ ਵਿੱਚ ਇਹ ਕਿਹਾ ਗਿਆ ਕਿ ਇੱਕ ਐਜੂਕੇਸ਼ਨ ਡਿਪਾਰਟਮੈਂਟ ਹੋਵੇਗਾ ਜਿਹਦਾ ਕੰਮ ਨਵੀਆਂ ਪਾਲਿਸੀਜ਼ ਨੂੰ ਬਣਾਉਣਾ, ਉਹਨਾਂ ਨੂੰ ਲਾਗੂ ਕਰਨਾ। ਇੱਕ ਡਾਇਰੈਕਟੋਰੇਟ ਆਫ ਐਜੂਕੇਸ਼ਨ ਦਾ ਮਹਿਕਮਾ ਹੋਵੇਗਾ ਜੋ ਸਰਕਾਰੀ ਸਕੂਲਾਂ ਦੀ ਦੇਖਰੇਖ ਕਰੇਗਾ। ਇੱਕ ਸਕੂਲ ਰੈਗੂਲੇਟਰੀ ਅਥਾਰਟੀ ਹੋਵੇਗੀ ਜਿਹੜੀ ਗਵਰਨਮੈਂਟ ਅਤੇ ਪ੍ਰਾਈਵੇਟ ਸਕੂਲਾਂ ਨੂੰ ਰੈਗੂਲਰ ਕਰਨ ਵਾਸਤੇ ਕੰਮ ਕਰੇਗੀ। ਇੱਕ ਸਿੱਖਿਆ ਆਯੋਗ, ਇੱਕ ਅਲੱਗ ਮਹਿਕਮਾ ਹੋਵੇਗਾ ਜੋ ਆਪਣਾ ਅਲੱਗ ਤੌਰ ਤੇ ਕੰਮ ਕਰੇਗਾ। ਇੱਕ SCRT ਸਿੱਖਿਆ ਬੋਰਡ ਹੋਏਗਾ ਜਿਹਦਾ ਕੰਮ ਹੋਏਗਾ ਕਿ ਸਿਰਫ ਵਿਦਿਆਰਥੀਆਂ ਦੇ ਇਮਤਿਹਾਨ ਲੈਣਾ, ਪੇਪਰ ਲੈਣਾ। ਹੁਣ ਸਵਾਲ ਹੁੰਦਾ ਕਿ ਜਦੋਂ ਇੰਨੀਆਂ ਛੋਟੀਆਂ-ਛੋਟੀਆਂ ਸਬ ਕਮੇਟੀਆਂ ਬਣਾ ਦਿੱਤੀਆਂ ਜਾਣਗੀਆਂ, ਪਰ ਸੱਚਾਈ ਹੈ ਕਿ ਇਹ ਜਿਹੜੀਆਂ ਛੋਟੀਆਂ-ਛੋਟੀਆਂ ਸਬ ਕਮੇਟੀਆਂ ਬਣਾ ਦਿੱਤੀਆਂ ਗਈਆਂ, ਇਹ ਆਪਸ ਦੇ ਵਿੱਚ ਇੱਕ ਲੜਨ ਦਾ ਕੰਮ ਕਰਨਗੀਆਂ, ਔਰ ਇਹਨਾਂ ਦੀ ਲੜਾਈ ਦੇ ਵਿੱਚੋਂ ਇਸ ਸਿੱਖਿਆ ਨੂੰ, ਇਸ ਸਿੱਖਿਆ ਨੀਤੀ ਨੂੰ, ਇਸ ਐਜੂਕੇਸ਼ਨ ਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ। ਇੱਕ ਜਿਹੜਾ ਮਾਡਲ ਬਣਾਇਆ ਗਿਆ, ਇਹਦੇ ਵਿੱਚ ਇੱਕੋ ਮਾਡਲ ਦੇ ਦੋ ਰੂਪ ਬਣਾਤੇ ਗਏ ਕਿ ਆਂਗਨਵਾੜੀ ਔਰ ਪ੍ਰੀ ਪ੍ਰਾਇਮਰੀ ਸਕੂਲ, ਪ੍ਰੀ ਪ੍ਰਾਇਮਰੀ ਮਾਡਲ ਬਣਾਇਆ ਗਿਆ, ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਅਸੀਂ ਬੱਚਿਆਂ ਨੂੰ ਇੱਕ ਬਰਾਬਰ ਦੀ ਐਜੂਕੇਸ਼ਨ ਦੇਣੀ ਹੈ ਤਾਂ ਕਿ ਉਹ ਬੱਚਿਆਂ ਦੇ ਵਿੱਚ ਇਨਇਕੁਐਲਿਟੀ ਨਾ ਰਹੇ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜੇ ਇੱਕ ਬੱਚਾ ਆਂਗਨਵਾੜੀ ਦੇ ਵਿੱਚ ਜਾ ਰਿਹਾ ਅਤੇ ਇੱਕ ਬੱਚਾ ਪ੍ਰੀ ਪ੍ਰਾਇਮਰੀ ਦੇ ਵਿੱਚ ਜਾ ਰਿਹਾ,
ਪ੍ਰੀ ਪ੍ਰਾਇਮਰੀ ਦੇ ਵਿੱਚ ਇੱਥੇ ਸਾਡੇ ਕੋਲ ਕੁਆਲੀਫਾਈਡ ਸਟਾਫ ਹੈ, ਕੁਆਲੀਫਾਈਡ ਟੀਚਰ ਨੇ, ਔਰ ਆਂਗਨਵਾੜੀ ਦੇ ਵਿੱਚ ਜਿਹੜਾ ਸਾਡੇ ਕੋਲ ਇੱਕ ਕੁਆਲੀਫਾਈਡ ਸਟਾਫ ਨਹੀਂ ਹੈ, ਉਸ ਲੈਵਲ ਦਾ ਸਟਾਫ ਨਹੀਂ ਹੈ ਜਿਹੜਾ ਸਾਨੂੰ ਪ੍ਰੀ ਪ੍ਰਾਇਮਰੀ ਦੇ ਵਿੱਚ ਹੈ। ਅਸੀਂ ਕਿਸ ਤਰ੍ਹਾਂ ਇਹਨਾਂ ਦੋਨਾਂ ਮਾਡਲ ਨੂੰ ਜੇ ਅਸੀਂ ਦੇਖੀਏ ਤੇ ਕਿਸ ਤਰ੍ਹਾਂ ਅਸੀਂ ਦੋ ਅਲੱਗ-ਅਲੱਗ ਬੱਚਿਆਂ ਨੂੰ ਸੇਮ ਤਰ੍ਹਾਂ ਦਾ ਅਧਿਕਾਰ ਦੇ ਸਕਦੇ ਹਾਂ, ਇਸ ਬਾਰੇ ਇਹ ਪਾਲਿਸੀ ਜਿਹੜੀ ਹੈ ਉਹ ਬਿਲਕੁਲ ਚੁੱਪ ਹੈ। ਪਹਿਲਾਂ ਵੀ ਸਾਡੀ ਸਿੱਖਿਆ ਪ੍ਰਣਾਲੀ ਦੇ ਵਿੱਚ, ਸਾਡੀ ਐਜੂਕੇਸ਼ਨ ਪਾਲਿਸੀ ਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਜਿਹੜੇ ਪ੍ਰਾਈਵੇਟ ਸਕੂਲ ਨੇ ਉਹ ਇੱਕ ਟਰਸਟ ਦੇ ਤਹਿਤ ਚੱਲਣਗੇ ਤੇ ਉਹਨਾਂ ਟਰਸਟ ਦਾ ਕੰਮ ਪ੍ਰੋਫਿਟ ਕਮਾਉਣਾ ਨਹੀਂ ਹੈ, ਕੇਵਲ ਤੇ ਕੇਵਲ ਉਹਨਾਂ ਨੇ ਇੱਕ ਵਧੀਆ ਜਿਹੜੀ ਐਜੂਕੇਸ਼ਨ, ਜਿਹੜੀ ਸਿੱਖਿਆ ਪ੍ਰਦਾਨ ਕਰਨੀ ਹੈ। ਪਰ ਸਮੇਂ ਦੀ ਚਾਲ ਦੇ ਨਾਲ ਜੇ ਅੱਜ ਅਸੀਂ ਵੇਖਿਆ ਜਾਵੇ ਤੇ ਅੱਜ ਉਹ ਪ੍ਰਾਈਵੇਟ ਜਿਹੜੇ ਸਕੂਲ ਨੇ ਉਹ ਨੋ ਪ੍ਰੋਫਿਟ ਨੋ ਲਾਸ ਦੀ ਗੱਲ ਨਹੀਂ ਰਹਿ ਗਈ, ਉਹ ਬਹੁਤ ਜ਼ਿਆਦਾ, ਬਹੁਤ ਹਾਈਲੀ ਪ੍ਰੋਫਿਟ ਦੇ ਉੱਤੇ ਕੰਮ ਕਰਦੇ ਨੇ। ਸਾਡੀ ਜਿਹੜੀ ਐਜੂਕੇਸ਼ਨ ਹੈ ਇਹਦਾ ਪੂਰੀ ਤਰ੍ਹਾਂ ਇੱਕ ਪ੍ਰਾਈਵੇਟਾਈਜੇਸ਼ਨ ਤੇ ਕਮਰਸ਼ੀਅਲਾਈਜੇਸ਼ਨ ਬਣ ਚੁੱਕਾ, ਔਰ ਸੁਪਰੀਮ ਕੋਰਟ ਨੂੰ ਵੀ ਇਹਦੇ ਉੱਤੇ ਕਹਿਣਾ ਪਿਆ ਕਿ ਸਾਨੂੰ ਜਿਹੜੀਆਂ ਇਹ ਟੀਚਿੰਗ ਸ਼ਾਪਸ ਨੇ ਇਹ ਸਾਨੂੰ ਬੰਦ ਕਰ ਦੇਣੀਆਂ ਚਾਹੀਦੀਆਂ ਨੇ। ਇੰਨਾ ਜਿਹੜਾ ਸਖਤ ਰਵੱਈਆ ਸੁਪਰੀਮ ਕੋਰਟ ਦਾ ਇਸ ਕਰਕੇ ਕਿਉਂਕਿ ਜਿਸ ਅਸੀਂ ਟਰਸਟ ਦੀ ਗੱਲ ਕਰਦੇ ਹਾਂ, ਅੱਜ ਇੱਕ ਪੈਸੇ ਕਮਾਉਣ ਦਾ ਸਾਧਨ ਜਿਹੜਾ ਐਜੂਕੇਸ਼ਨ ਬਣ ਗਈ ਹੈ। ਉਸ ਤੋਂ ਇਲਾਵਾ ਪ੍ਰਾਈਵੇਟ ਯੂਨੀਵਰਸਿਟੀਆਂ ਔਰ ਫੋਰਨ ਯੂਨੀਵਰਸਿਟੀਆਂ ਨੂੰ ਇਸ ਪਾਲਿਸੀ ਦੇ ਤਹਿਤ ਇੱਕ ਖੁੱਲ੍ਹਾ ਸੱਦਾ ਦਿੱਤਾ ਗਿਆ। ਪਹਿਲਾਂ ਵੀ ਇਹ ਕਾਨੂੰਨ ਸੀ ਕਿ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਜਾਂ ਫੋਰਨ ਯੂਨੀਵਰਸਿਟੀਆਂ ਆ ਸਕਦੀਆਂ ਨੇ, ਪਰ ਉਹਦੇ ਵਾਸਤੇ ਉਹਨਾਂ ਨੂੰ ਇੱਕ ਬਹੁਤ ਵੱਡੀ ਰਕਮ ਜਿਹੜੀ ਹੈ ਸਰਕਾਰ ਨੂੰ ਬਤੌਰ ਆਪਣੀ ਸਿਕਿਉਰਿਟੀ ਜਮ੍ਹਾਂ ਕਰਾਉਣੀ ਪੈਂਦੀ ਸੀ। ਪਰ ਉਸ ਨੀਤੀ ਦੇ ਵਿੱਚ ਵੀ ਬਦਲਾਅ ਕਰਕੇ ਜਿਹੜਾ ਇੱਕ ਰਸਤਾ ਪੱਧਰ ਕੀਤਾ ਗਿਆ, ਔਰ ਇਸ ਤਰ੍ਹਾਂ ਲੱਗਦਾ ਹੈ ਕਿ ਸਰਕਾਰ ਆਪਣੀ ਇੱਕ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ, ਕਿਉਂਕਿ ਸਰਕਾਰ ਦਾ ਇੱਕ ਮੁੱਢਲਾ ਫਰਜ਼ ਹੁੰਦਾ ਹੈ ਕਿ ਆਪਣੇ ਨਾਗਰਿਕਾਂ ਨੂੰ, ਜਿਹੜੇ ਨਾਗਰਿਕ ਸਰਕਾਰ ਨੂੰ ਟੈਕਸ ਦੇ ਰਹੇ ਨੇ, ਅਸੀਂ ਉਹਨਾਂ ਨੂੰ ਇੱਕ ਵਧੀਆ ਸਿਹਤ ਸੇਵਾਵਾਂ ਦਈਏ, ਅਸੀਂ ਉਹਨਾਂ ਨੂੰ ਵਧੀਆ ਐਜੂਕੇਸ਼ਨ ਪ੍ਰੋਵਾਈਡ ਕਰੀਏ, ਅਸੀਂ ਉਹਨਾਂ ਨੂੰ ਵਧੀਆ ਇਨਫਰਾਸਟ੍ਰਕਚਰ ਪ੍ਰੋਵਾਈਡ ਕਰੀਏ। ਪਰ ਇਸ ਜਿਹੜੀ ਪਾਲਿਸੀ ਜਿਹਦੀ ਗੱਲ ਕਰ ਰਹੇ ਹਾਂ, ਨਿਊ ਐਜੂਕੇਸ਼ਨ ਪਾਲਿਸੀ ਤੋਂ ਇਹ ਕਲੀਅਰ ਹੋ ਰਿਹਾ, ਸਾਫ਼ ਸਪਸ਼ਟ ਹੈ ਕਿ ਕਿਸ ਤਰ੍ਹਾਂ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ, ਔਰ ਸਰਕਾਰੀ ਸਕੂਲਾਂ ਨੂੰ ਪ੍ਰਮੋਟ ਕਰਨ ਦੀ ਬਜਾਏ ਉਹ ਹੁਣ ਨਿੱਜੀ ਸਕੂਲਾਂ ਨੂੰ, ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਔਰ ਪ੍ਰਾਈਵੇਟ ਔਰ ਫੋਰਨ ਯੂਨੀਵਰਸਿਟੀਆਂ ਨੂੰ ਪ੍ਰਮੋਟ ਕਰ ਰਹੀ ਹੈ। ਇਹ ਇੱਕ ਬਹੁਤ ਜਿਹੜੀ ਮਾੜੀ ਗੱਲ ਹੈ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਸਿੱਖਿਆ ਦਾ ਜਿਹੜਾ ਅਸੀਂ ਜਿਸ ਚੀਜ਼ ਤੋਂ ਅਸੀਂ ਡਰਦੇ ਹਾਂ ਕਿ ਸਿੱਖਿਆ ਨੂੰ ਕਮਰਸ਼ੀਅਲਾਈਜ਼ ਨਹੀਂ ਕਰਨਾ, ਜਦਕਿ ਹੁਣ ਇਹ ਸਿੱਖਿਆ ਜਿਹੜੀ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਕਮਰਸ਼ੀਅਲਾਈਜ਼ ਹੋ ਜਾਏਗੀ, ਕਿਉਂਕਿ ਸਰਕਾਰ ਸਰਕਾਰੀ ਸਕੂਲਾਂ ਦੇ ਪੱਧਰ ਨੂੰ ਉੱਪਰ ਚੱਕਣ ਦੀ ਬਜਾਏ ਇਸ ਪਾਲਿਸੀ ਦੇ ਵਿੱਚ ਉਹਨਾਂ ਨੇ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਕੀਤਾ ਵੀ ਅਸੀਂ ਇਹ ਚਾਹੁੰਦੇ ਹਾਂ ਕਿ ਸਰਕਾਰ ਸਿੱਖਿਆ ਦਾ ਪੱਧਰ ਸਰਕਾਰੀ ਸਕੂਲਾਂ ਦੇ ਵਿੱਚ ਇੰਨਾ ਵਧੀਆ ਕਰ ਦੇ ਤਾਂ ਕਿ ਜਿਹੜੇ ਸਾਡੇ ਬੱਚੇ ਨੇ ਉਹ ਪ੍ਰਾਈਵੇਟ ਸਕੂਲਾਂ 'ਚ ਪੜ੍ਹ ਹੀ ਨਾ ਸਕਣ। ਜਿਸ ਤਰ੍ਹਾਂ ਤਕਰੀਬਨ ਸਾਰੀਆਂ ਜਿਹੜੀਆਂ ਅਸੀਂ ਬਾਹਰਲੀਆਂ ਵਿਦੇਸ਼ਾਂ ਦੀ ਗੱਲ ਕਰੀਏ ਜਾਂ ਡਿਵੈਲਪ ਕੰਟਰੀਜ਼ ਦੀ ਗੱਲ ਕਰੀਏ, ਉੱਥੇ ਤਕਰੀਬਨ ਜ਼ਿਆਦਾ ਬੱਚੇ ਜਿਹੜੇ ਨੇ ਉਹ ਸਰਕਾਰੀ ਸਕੂਲਾਂ ਦੇ ਵਿੱਚ, ਕਿਉਂਕਿ ਉਹਨਾਂ ਦੀਆਂ ਸਿੱਖ ਸਹੂਲਤਾਂ ਬਹੁਤ ਵਧੀਆ ਨੇ, ਉੱਥੇ ਪੜ੍ਹਦੇ ਨੇ। ਹਾਂ, ਕੁਝ ਦੇਸ਼ਾਂ ਦੇ ਵਿੱਚ ਮਾਂ-ਬਾਪ ਜਿਹੜੇ ਆਪਣੀ ਮਰਜ਼ੀ ਦੇ ਨਾਲ ਬੱਚਿਆਂ ਨੂੰ ਪ੍ਰਾਈਵੇਟ ਸਕੂਲ ਤੇ ਭੇਜਦੇ ਨੇ, ਪਰ ਬਹੁਤਾਤ ਗਿਣਤੀ ਜਿਹੜੀ ਹੈ ਉਹ ਬੱਚਿਆਂ ਨੂੰ ਜਿਹੜੀ ਉਹਨਾਂ ਦੀ ਸਿੱਖਿਆ ਹੈ ਉਹ ਸਰਕਾਰੀ ਸਕੂਲਾਂ 'ਚੋਂ ਕੀਤੀ ਜਾਂਦੀ ਹੈ। ਹੁਣ ਗੱਲ ਕਰੀਏ ਜੇ ਇਮਤਿਹਾਨਾਂ ਦੀ, ਤੇ ਇਸ ਪਾਲਿਸੀ ਦੇ ਵਿੱਚ ਇਹ ਪੁਆਇੰਟ ਰੱਖਿਆ ਗਿਆ ਕਿ ਅਸੀਂ ਇੱਕ ਸਮੈਸਟਰ ਸਿਸਟਮ ਦੇ ਤਹਿਤ ਬੱਚਿਆਂ ਦੇ ਕੋਲੋਂ ਪੇਪਰ ਲੈ ਜਾਣੇ ਨੇ, ਭਾਵ ਸਾਲ ਦੇ ਵਿੱਚ 2 ਵਾਰੀ ਉਹਨਾਂ ਦੇ ਜਿਹੜੇ ਇਮਤਿਹਾਨ ਲਏ ਜਾਣਗੇ। ਜੇ ਗੱਲ ਕਰੀਏ ਐਗਜ਼ਾਮ ਦੀ, ਕੋਈ ਐਗਜ਼ਾਮ ਈਜ਼ੀ ਜਾਂ ਹਾਰਡ ਨਹੀਂ ਹੈ। ਚਾਹੀਦਾ ਤਾਂ ਇਹ ਸੀ ਕਿ ਬੱਚਿਆਂ ਦਾ ਇੱਕ ਕੰਟੀਨਿਊਸ ਇਵੈਲੂਏਸ਼ਨ ਸਿਸਟਮ ਹੋਣਾ ਚਾਹੀਦਾ ਹੈ। ਸਾਰਾ ਸਾਲ ਅਗਰ ਉਹ ਬੱਚਾ ਇੱਕ ਸਕੂਲ ਦੇ ਵਿੱਚ ਪੜ੍ਹਦਾ, ਉਹਦੀ ਸਾਰੇ ਸਾਲ ਦੀਆਂ ਉਹਦੀਆਂ ਜਿਹੜੀ ਰਿਪੋਰਟਾਂ ਦੇ ਆਧਾਰ ਦੇ ਉੱਤੇ, ਉਹਦੀਆਂ ਗਤੀਵਿਧੀਆਂ ਦੇ ਆਧਾਰ ਦੇ ਉੱਤੇ, ਉਹਦੀਆਂ ਕੀ ਪਾਰਟਿਸਿਪੇਸ਼ਨਸ ਰਹੀਆਂ ਨੇ ਸਕੂਲ ਦੇ ਵਿੱਚ ਸਿੱਖਿਆ ਨੂੰ ਲੈ ਕੇ, ਹੋਰ ਗਤੀਵਿਧੀਆਂ ਨੂੰ ਲੈ ਕੇ, ਉਹਨਾਂ ਨੂੰ ਫੋਕਸ ਕਰਦੇ ਹੋਏ ਅਸੀਂ ਉਸ ਬੱਚੇ ਦੀ ਇੱਕ ਇਵੈਲੂਏਸ਼ਨ ਕਰੀਏ। ਪਰ ਉਹਦੀ ਬਜਾਏ ਫਿਰ ਉਹੀ ਸਿਸਟਮ, ਠੀਕ ਹੈ, ਅੱਗੇ ਬੱਚਾ ਇੱਕ ਸਾਲ ਦੇ ਵਿੱਚ 3 ਘੰਟੇ ਐਗਜ਼ਾਮੀਨੇਸ਼ਨ ਹਾਲ ਦੇ ਵਿੱਚ ਬੈਠ ਕੇ ਆਪਣੇ ਆਪ ਨੂੰ ਇੱਕ ਪ੍ਰੂਫ ਕਰਦਾ ਸੀ ਜੀ ਮੈਂ ਇੱਕ ਵਧੀਆ ਵਿਦਿਆਰਥੀ ਹਾਂ ਜਾਂ ਮੈਂ ਇੱਕ ਮਾੜਾ ਵਿਦਿਆਰਥੀ ਹਾਂ। ਕਿਉਂਕਿ ਜਿਹੜਾ ਬੱਚਾ ਚੰਗੇ ਅੰਕ ਲੈ ਕੇ ਪਾਸ ਹੋ ਜਾਂਦਾ ਉਹ ਵਧੀਆ ਹੈ, ਤੇ ਜਿਹੜਾ ਪਾਸ ਨਹੀਂ ਹੁੰਦਾ, ਜਿਹਦੇ ਅੰਕ ਮਾੜੇ ਆਉਂਦੇ ਨੇ ਤੇ ਉਹ ਮਾੜਿਆਂ ਦੇ ਗਿਣਤੀ 'ਚ ਗਿਣਿਆ ਜਾਂਦਾ ਹੈ। ਉਹ ਸਿਸਟਮ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ, ਸਿਰਫ ਇਹ ਕਹਿ ਦਿੱਤਾ ਗਿਆ ਕਿ ਹੁਣ ਸਮੈਸਟਰ ਸਿਸਟਮ ਹੋਵੇਗਾ। ਮਸਲਾ ਫਿਰ ਉੱਥੇ ਹੀ ਰਹਿ ਗਿਆ ਕਿ 3 ਘੰਟੇ ਦੇ ਵਿੱਚ ਇੱਕ ਬੱਚੇ ਨੂੰ ਅਸੀਂ ਇਹ ਜੱਜ ਕਰਾਂਗੇ ਕਿ ਉਹ ਬੱਚੇ ਦਾ ਕੀ ਲੈਵਲ ਹੈ।
ਔਰ ਇੱਕ ਬੱਚਾ ਸਾਰਾ ਸਾਲ ਆਪਣੀ ਪਰਫਾਰਮੈਂਸ ਵਧੀਆ ਦਿੰਦਾ ਪਰ ਕਿਸੇ ਵਜ੍ਹਾ ਕਰਕੇ ਉਸ 3 ਘੰਟਿਆਂ ਦੇ ਦੌਰਾਨ ਆਪਣੇ ਆਪ ਨੂੰ ਵਧੀਆ ਪਰਫਾਰਮ ਨਹੀਂ ਕਰ ਪਾਉਂਦਾ ਤੇ ਅਖੀਰ ਦੇ ਵਿੱਚ ਜਿਹੜਾ ਉਹਦਾ ਰਿਜ਼ਲਟ ਹੈ ਉਹ ਚੰਗਾ ਨਹੀਂ ਆਉਂਦਾ। ਉਹਦੀ ਬਜਾਏ ਇੱਕ ਕੰਟੀਨਿਊਸ ਇਵੈਲੂਏਸ਼ਨ ਸਿਸਟਮ ਵੱਲ ਫੋਕਸ ਕਰਨਾ ਚਾਹੀਦਾ ਸੀ, ਜਿਹੜਾ ਇਸ ਸਿੱਖਿਆ ਨੀਤੀ ਦੇ ਵਿੱਚ ਨਹੀਂ ਕੀਤਾ ਗਿਆ। ਔਰ ਜਿਹੜੀ ਮੈਂ ਪਹਿਲਾਂ ਵੀ ਗੱਲ ਕੀਤੀ ਹੈ MDHEI ਮਲਟੀ ਡਿਸਪਲਿਨਰੀ ਹਾਇਰ ਐਜੂਕੇਸ਼ਨ ਇੰਸਟੀਚਿਊਟ ਦੇ, ਜਿਸ ਤਹਿਤ ਗਵਰਨਮੈਂਟ ਇਹ ਸਿੱਖਿਆ ਨੀਤੀ ਇਹ ਕਹਿਣਾ ਚਾਹੁੰਦੀ ਹੈ ਕਿ ਔਰ ਇੱਥੋਂ ਤੱਕ ਵੀ ਗਵਰਨਮੈਂਟ ਨੇ ਕਿਹਾ ਕਿ ਅਸੀਂ ਆਉਣ ਵਾਲੇ 10-15 ਸਾਲਾਂ ਦੇ ਵਿੱਚ ਸਾਰੇ ਸਕੂਲਾਂ ਕਾਲਜਾਂ ਨੂੰ ਅਸੀਂ ਇਸ ਮਲਟੀ ਡਿਸਪਲਿਨਰੀ ਦੇ ਵਿੱਚ ਲੈ ਕੇ ਆਉਣਾ। ਠੀਕ ਹੈ, ਇਹ ਲਿਆਉਣਾ ਵੀ ਚਾਹੀਦਾ, ਪਰ ਚਾਹੀਦਾ ਇਹ ਸੀ ਕਿ ਜਿਹੜੇ ਸਾਡੇ ਕਾਲਜ, ਜਿਹੜੀਆਂ ਸਾਡੇ ਯੂਨੀਵਰਸਿਟੀ ਪਹਿਲਾਂ ਹੀ ਕਿਸੇ ਨਾ ਕਿਸੇ ਵਜ੍ਹਾ ਦੇ ਕਰਕੇ ਫੇਮਸ ਨੇ, ਉਦਾਹਰਨ ਦੇ ਤੌਰ ਤੇ ਸਾਡੇ IITs ਉਹ ਇਸ ਕਰਕੇ ਫੇਮਸ ਨੇ ਕਿ ਉੱਥੋਂ ਅਸੀਂ ਹਰ ਸਾਲ ਚੰਗੇ ਇੰਜੀਨੀਅਰ ਪੈਦਾ ਕਰਦੇ ਹਾਂ। ਸਾਡੀਆਂ FTIs ਜਿਹੜੀਆਂ ਨੇ ਫਿਲਮ ਟ੍ਰੇਨਿੰਗ ਇੰਸਟੀਚਿਊਟ, ਉਹ ਇਸ ਕਰਕੇ ਫੇਮਸ ਨੇ ਕਿ ਸਾਨੂੰ ਹਰ ਸਾਲ ਉੱਥੋਂ ਚੰਗੇ ਕਲਾਕਾਰ ਸਾਨੂੰ ਉੱਥੋਂ ਮਿਲਦੇ ਨੇ। ਸਾਡੀ ਏਮਸ ਇਸ ਕਰਕੇ ਫੇਮਸ ਹੈ ਜਿੱਥੋਂ ਸਾਨੂੰ ਹਰ ਸਾਲ ਬਹੁਤ ਵਧੀਆ ਡਾਕਟਰ ਮਿਲਦੇ ਨੇ। ਸਾਡੇ IIM ਜਿਹੜੇ ਮੈਨੇਜਮੈਂਟ ਇੰਸਟੀਚਿਊਟਸ, ਉਹ ਇਸ ਕਰਕੇ ਫੇਮਸ ਨੇ ਕਿ ਸਾਨੂੰ ਹਰ ਸਾਲ ਉੱਥੋਂ ਬਹੁਤ ਵਧੀਆ ਬਿਜ਼ਨਸ ਮੈਨੇਜਮੈਂਟ ਦੇ ਵਾਲੇ ਜਿਹੜੇ ਸਾਨੂੰ ਉੱਥੋਂ ਬੱਚੇ ਮਿਲਦੇ ਨੇ। ਪਰ ਉਹਦੀ ਬਜਾਏ ਹੁਣ ਸਰਕਾਰ ਇਸ ਚੀਜ਼ ਨੂੰ ਫੋਕਸ ਕਰਨ ਦੀ ਬਜਾਏ ਇਹ ਕਹਿ ਰਹੀ ਹੈ ਕਿ ਅਸੀਂ ਸਾਰਿਆਂ ਨੂੰ ਅਸੀਂ ਮਲਟੀ ਡਿਸਪਲਿਨਰੀ 'ਚ ਲੈ ਕੇ ਆਉਣਾ। ਤਾਂ ਇਹ ਇੱਕ ਪ੍ਰੈਕਟੀਕਲ ਜੇ ਅਸੀਂ ਨੂੰ ਸੋਚੀਏ ਤੇ ਇਸ ਚੀਜ਼ ਨੂੰ ਕਿੱਦਾਂ ਅਮਲ ਦੇ ਵਿੱਚ ਲਿਆਂਦਾ ਜਾਏਗਾ, ਉਸ ਬਾਰੇ ਇਹ ਪਾਲਿਸੀ ਬਿਲਕੁਲ ਚੁੱਪ ਹੈ। ਸਰਕਾਰ ਇਹ ਕਹਿ ਰਹੀ ਹੈ ਕਿ ਇੱਕ IIT ਦੇ ਵਿੱਚ, ਜਿੱਥੇ ਹੁਣ ਤੱਕ ਅਸੀਂ ਇਹ ਪੜ੍ਹਦੇ ਸੁਣਦੇ ਆਏ ਹਾਂ ਕਿ ਇੱਕ ਇੰਜੀਨੀਅਰ ਪੈਦਾ ਕੀਤੇ ਜਾਂਦੇ ਨੇ, ਹੁਣ ਉੱਥੇ ਉਹੀ ਬੱਚੇ ਜਿਹੜੇ ਨਾਲ ਆਪਣੀ ਫਿਲਮ ਦੀ ਐਕਟਿੰਗ ਵੀ ਕਰਨਗੇ। ਇੱਕ ਏਮਸ ਜਿਹੜਾ ਹੁਣ ਤੱਕ ਇਹ ਮਸ਼ਹੂਰ ਹੈ ਕਿ ਵਧੀਆ ਡਾਕਟਰ ਦੇਣ ਦੇ ਲਈ ਉੱਥੋਂ ਬਿਜ਼ਨਸ ਮੈਨੇਜਮੈਂਟ ਦੀ ਕਲਾਸ ਵੀ ਲੱਗੇਗੀ, ਔਰ ਇੱਕ ਇਹ ਜਿਹੜਾ IIM ਹੈ ਜਿੱਥੋਂ ਬਿਜ਼ਨਸ ਮੈਨੇਜਮੈਂਟ ਦੀ ਕਲਾਸ ਲੱਗਦੀ ਹੈ, ਉੱਥੇ ਨਾਲ ਨਾਲ ਹੁਣ ਬੱਚਾ ਮੈਡੀਕਲ ਪੜ੍ਹੇਗਾ। ਪ੍ਰੈਕਟੀਕਲੀ ਇਸ ਚੀਜ਼ ਨੂੰ ਕਿੱਦਾਂ ਲਿਆਂਦਾ ਜਾਏਗਾ, ਇਸ ਨੂੰ ਇੱਕ ਕਿੱਦਾਂ ਰੂਪ ਦਿੱਤਾ ਜਾਏਗਾ, ਇਸ ਬਾਰੇ ਹਜੇ ਇਸ ਪਾਲਿਸੀ ਦੇ ਵਿੱਚ ਕੋਈ ਗੱਲ ਨਹੀਂ ਕੀਤੀ ਗਈ। ਸਰਕਾਰ ਇਸ ਵੱਲੋਂ ਬਿਲਕੁਲ ਚੁੱਪ ਹੈ। ਔਰ ਜਿਹੜਾ ਵੋਕੇਸ਼ਨਲ ਸਬਜੈਕਟ ਨੂੰ ਪ੍ਰਮੋਟ ਕਰਨਾ, ਇਹ ਵਾਕਈ ਆਪਣੇ ਆਪ ਦੇ ਵਿੱਚ ਇੱਕ ਕਾਬਲੇ ਤਾਰੀਫ ਜਿਹੜਾ ਪੈਰਾ ਲਿਖਿਆ ਗਿਆ ਹੈ। ਪਰ ਅਗਰ ਅਸੀਂ ਅੱਜ ਦੀ ਗੱਲ ਕਰੀਏ ਤੇ ਜੇ ਕੋਈ ਬੱਚਾ ਵੋਕੇਸ਼ਨਲ ਦੇ ਵਿੱਚ ਪੜ੍ਹਦਾ ਤੇ ਉਹ ਬੱਚਾ ਅੱਗੇ ਜਾ ਕੇ ਸਾਡੇ ਜਿਹੜੇ IAS, ਸਾਡੇ PCS, ਸਾਡੇ UPSC ਦੇ ਇਮਤਿਹਾਨ ਨੇ ਉਹਨਾਂ ਦੇ ਵਿੱਚ, ਕਿਉਂਕਿ ਵੋਕੇਸ਼ਨਲ ਦੇ ਸਬਜੈਕਟ ਨੂੰ ਇੰਨੀ ਜ਼ਿਆਦਾ ਮਹਾਨਤਾ ਨਹੀਂ ਦਿੱਤੀ ਜਾਂਦੀ। ਇੱਥੋਂ ਤੱਕ ਸਾਡੀਆਂ ਯੂਨੀਵਰਸਿਟੀਜ਼ ਦੇ ਵਿੱਚ ਵੀ ਜਿਹੜੇ ਬੱਚੇ ਆਪਣੇ ਸਕੂਲਾਂ ਤੋਂ ਵੋਕੇਸ਼ਨਲ ਸਬਜੈਕਟ ਲੈ ਕੇ ਪੜ੍ਹ ਕੇ ਆਏ ਨੇ, ਉਹਨਾਂ ਨੂੰ ਅੱਗੇ ਜਾ ਕੇ ਵਧੀਆ ਕੋਰਸਸ ਨਹੀਂ ਮਿਲਦੇ। ਉਸ ਚੇਨ ਨੂੰ ਕਿਵੇਂ ਬਰਕਰਾਰ ਕਰਨਾ ਹੈ? ਠੀਕ ਹੈ, ਤੁਸੀਂ ਇਹ ਕਹਿ ਦਿੰਦੇ ਹੋ, ਆਪਾਂ ਸਿੱਖਿਆ ਨੀਤੀ ਦੇ ਵਿੱਚ ਇਹ ਕਹਿਤਾ ਕਿ 6ਵੀਂ ਕਲਾਸ ਤੋਂ ਜਿਹੜਾ ਬੱਚਾ ਉਹ ਵੋਕੇਸ਼ਨਲ ਸਬਜੈਕਟ ਲੈ ਸਕਦਾ ਹੈ। ਪਰ ਉਦਾਹਰਨ ਲੈ ਕੇ ਚੱਲੀਏ ਕਿ ਅਗਰ ਇੱਕ ਬੱਚਾ ਵੋਕੇਸ਼ਨਲ ਸਬਜੈਕਟ ਨਾਲ ਲੈ ਕੇ ਤਿਆਰੀ ਕਰਦਾ ਹੈ, ਅੱਗੇ ਇਹਦੀ ਕੀ ਚੇਨ ਬਣਾਈ ਗਈ ਹੈ ਕਿ ਅੱਗੇ ਜਾ ਕੇ ਉਹ ਬੱਚਾ ਸਿਵਲ ਸਰਵਿਸਿਜ਼ ਦੇ ਜਿਹੜੇ ਐਗਜ਼ਾਮ ਹੈ ਉੱਥੇ ਵੋਕੇਸ਼ਨਲ ਨੂੰ ਉਹ ਪ੍ਰਮੋਟ ਕਰੇਗਾ, ਉੱਥੇ ਉਹਨੂੰ ਇੱਕ ਮਾਨਤਾ ਦਿੱਤੀ ਜਾਏਗੀ। ਇਹਦੇ ਬਾਰੇ ਵੀ ਹਜੇ ਇਸ ਪਾਲਿਸੀ ਦੇ ਵਿੱਚ ਕੋਈ ਗੱਲ ਨਹੀਂ ਕੀਤੀ ਗਈ। ਪਾਲਿਸੀ ਹਜੇ ਇਸ ਵਾਸਤੇ ਵੀ ਬਿਲਕੁਲ ਚੁੱਪ ਹੈ। ਔਰ ਸਭ ਤੋਂ ਜ਼ਿਆਦਾ ਜਿਹੜੀ ਜ਼ਰੂਰੀ ਗੱਲ, ਉਹ ਸਪੋਰਟਸ ਦੀ, ਖੇਡਾਂ ਦੀ ਇਸ ਪਾਲਿਸੀ ਦੇ ਵਿੱਚ ਕਿਤੇ ਵੀ ਕੋਈ ਜ਼ਿਕਰ ਨਹੀਂ ਕੀਤਾ ਗਿਆ। ਜਦਕਿ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ ਸਿੱਖਿਆ ਦੇ ਨਾਲ ਦੇ ਨਾਲ ਅਸੀਂ ਇਹ ਪੜ੍ਹਦੇ ਹਾਂ, ਅਸੀਂ ਹੁਣ ਤੱਕ ਇਹ ਸੁਣਿਆ ਕਿ ਬੱਚਿਆਂ ਨੂੰ ਇੱਕ ਸਰੀਰਕ ਤੌਰ ਤੇ ਵੀ ਪ੍ਰਫੁੱਲਤ ਕਰਨਾ ਚਾਹੀਦਾ। ਉਹਦੇ ਵਾਸਤੇ ਖੇਡਾਂ ਬੜੀਆਂ ਜ਼ਰੂਰੀ ਨੇ। ਇਹ ਸਾਡੇ ਇੱਕ ਰੋਜ਼ਮਰਰਾ ਦੀ ਜ਼ਿੰਦਗੀ ਦਾ ਅੰਗ ਹੈ। ਔਰ ਉਹਨਾਂ ਦੇ ਬਾਰੇ ਕੀ ਨੀਤੀ ਹੈ ਸਰਕਾਰ ਦੀ ਇਸ ਨਿਊ ਐਜੂਕੇਸ਼ਨ ਪਾਲਿਸੀ ਦੇ ਵਿੱਚ? ਖੇਡਾਂ ਦਾ ਜਿਹੜਾ ਧਿਆਨ ਹੈ ਜਾਂ ਖੇਡਾਂ ਦਾ ਜਿਹੜਾ ਖੇਤਰ ਹੈ ਸਪੋਰਟਸ ਦਾ, ਉਸ ਨੂੰ ਬਿਲਕੁਲ ਵੀ ਨਹੀਂ ਟੱਚ ਕੀਤਾ ਗਿਆ। ਹੁਣ ਗੱਲ ਕਰੀਏ ਜਿਹੜੀਆਂ ਸਰਕਾਰਾਂ ਜਿਹੜੀ ਇਸ ਪਾਲਿਸੀ ਦੇ ਵਿੱਚ ਜਿੱਥੇ 6% GDP ਦੀ ਗੱਲ ਕਰ ਰਹੀ ਹੈ ਜਾਂ 20% ਸਰਕਾਰ ਖਰਚੇ ਦੀ ਗੱਲ ਕਰ ਰਹੀ ਹੈ, ਇਹ ਉਦੋਂ ਤੱਕ ਸੰਭਵ ਨਹੀਂ ਹੈ ਜਦੋਂ ਤੱਕ ਸਰਕਾਰ ਇਹਦੇ ਵਿੱਚ ਕਾਨੂੰਨ ਨਹੀਂ ਬਣਾਉਂਦੀ। ਕਿਉਂਕਿ ਜਦੋਂ ਤੱਕ ਇੱਕ ਕਾਨੂੰਨ ਨਹੀਂ ਬਣੇਗਾ, ਜਦੋਂ ਤੱਕ ਇਹ ਜਿਹੜੀਆਂ ਸਾਡੇ ਜਿਹੜੇ ਟੀਚਰਸ ਨੇ, ਜਿਨ੍ਹਾਂ ਨੂੰ ਹੁਣ ਜਿਵੇਂ B.Ed ਨੂੰ 4 ਸਾਲ ਦਾ ਕਰਨ ਦਾ ਇਹ ਮੁੱਦਾ ਬਣਾਇਆ ਗਿਆ ਕਿ B.Ed 4 ਸਾਲ ਦੀ ਹੈ, ਕਿਉਂਕਿ ਜਿਨ੍ਹਾਂ ਬੱਚਿਆਂ ਨੇ ਅੱਗੇ ਜਾ ਕੇ ਵਧੀਆ ਕੁਆਲੀਫਿਕੇਸ਼ਨ ਲੈ ਕੇ ਸਾਡੇ ਬੱਚਿਆਂ ਨੂੰ ਪੜ੍ਹਾਉਣਾ, ਜਿਹੜੇ ਟੀਚਰਾਂ ਨੇ ਉਹਨਾਂ ਨੂੰ ਹੁਣ ਜ਼ਿਆਦਾ ਪ੍ਰੈਕਟੀਕਲ ਐਕਸਪੋਜ਼ਰ ਦੇਣਾ, ਉਹਨਾਂ ਨੂੰ ਪ੍ਰੈਕਟੀਕਲ ਅਪਰੋਚ ਦੇਣੀ ਹੈ, ਤੇ ਉਸ ਵਾਸਤੇ ਸਾਨੂੰ ਸਮਾਂ ਚਾਹੀਦਾ। ਇਹ ਇੱਕ ਬਹੁਤ ਵਧੀਆ ਗੱਲ ਹੈ। ਪਰ ਇਹਦੇ ਨਾਲ ਨਾਲ ਜਿਹੜੇ ਸਾਡੇ ਮੌਜੂਦਾ ਟੀਚਰ ਨੇ, ਜਿਸ ਤਰ੍ਹਾਂ ਕਈ ਸੂਬੇ ਦੀਆਂ ਸਰਕਾਰਾਂ, ਖਾਸ ਕਰਕੇ ਗੱਲ ਕਰੀਏ ਦਿੱਲੀ ਦੇ ਵਿੱਚ ਵੀ ਇਸ ਤਰ੍ਹਾਂ ਦਾ ਇੱਕ ਉਹਨਾਂ ਨੇ ਇੱਕ ਪ੍ਰੈਕਟੀਕਲ ਕੀਤਾ ਔਰ ਬੜਾ ਕਾਮਯਾਬ ਰਿਹਾ। ਉਹਨਾਂ ਨੇ ਆਪਣੇ ਜਿਹੜੇ ਟੀਚਰਸ ਨੂੰ ਬਾਹਰ ਭੇਜਿਆ, ਬਾਹਰੋਂ ਟ੍ਰੇਨਿੰਗ ਲੈ ਕੇ ਆਏ ਔਰ ਉਹ
ਉਹਨਾਂ ਦੇ ਬਾਰੇ ਇਹ ਪਾਲਿਸੀ ਕੁਝ ਨਹੀਂ ਕਹਿ ਰਹੀ ਕਿ ਜਿਹੜੇ ਸਾਡੇ ਮੌਜੂਦਾ ਟੀਚਰਸ ਨੇ ਅਸੀਂ ਉਹਨਾਂ ਦਾ ਲੈਵਲ ਕਿੱਦਾਂ ਅਸੀਂ ਵਧਾਉਣਾ, ਉਹਨਾਂ ਨੂੰ ਕਿਸ ਤਰ੍ਹਾਂ ਇੰਪਰੂਵਮੈਂਟ ਕਰਨੀ ਹੈ, ਉਹਦੇ ਬਾਰੇ ਇਹ ਪਾਲਿਸੀ ਜਿਹੜੀ ਆ ਉਹ ਬਿਲਕੁਲ ਚੁੱਪ ਹੈ। ਕਈ ਅੱਜ ਵੀ ਸਕੂਲਾਂ ਦੇ ਵਿੱਚ ਔਰ ਵਧੀਆ ਕਾਲਜਾਂ ਦੇ ਵਿੱਚ ਇਸ ਤਰ੍ਹਾਂ ਦੀ ਪੋਜੀਸ਼ਨ ਹੈ ਕਿ ਉੱਥੇ ਆਪਣੇ ਪੱਧਰ ਦੇ ਉੱਤੇ FDPs ਲੱਗਦੇ ਨੇ। FDP ਤੋਂ ਭਾਵ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਹੁੰਦੇ ਨੇ ਕਿ ਜਦੋਂ ਸਕੂਲਾਂ ਦੇ ਵਿੱਚ ਛੁੱਟੀਆਂ ਹੁੰਦੀਆਂ ਨੇ ਉਹ ਇੰਟਰ ਡਿਪਾਰਟਮੈਂਟ, ਇੱਕ ਡਿਪਾਰਟਮੈਂਟ ਦੂਸਰੇ ਡਿਪਾਰਟਮੈਂਟ ਦੇ ਨਾਲ ਜਾਂ ਇੰਟਰ ਕਾਲਜ ਇਸ ਤਰ੍ਹਾਂ ਦੇ FDPs ਚੱਲਦੇ ਨੇ ਤਾਂ ਕਿ ਇੱਕ ਉਹ ਸਮੇਂ ਨੂੰ ਵਰਤਿਆ ਜਾ ਸਕੇ ਔਰ ਆਪਣੇ ਆਪ ਨੂੰ ਇੰਪਰੂਵ ਕੀਤਾ ਜਾ ਸਕੇ ਕਿਤੋਂ ਨਾ ਕਿਤੋਂ। ਕਿਉਂਕਿ ਜਦੋਂ ਤੁਸੀਂ ਕਿਸੇ FDP ਦੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਂਦੇ ਹੋ, ਇੱਕ ਦੂਸਰੇ ਡਿਪਾਰਟਮੈਂਟ ਦਾ ਤੁਹਾਨੂੰ ਟੀਚਰ ਪੜ੍ਹਾਉਂਦਾ, ਤੁਹਾਨੂੰ ਉਹਨਾਂ ਦੇ ਕਮਿਊਨੀਕੇਸ਼ਨ ਸਕਿੱਲਸ ਕਿੱਦਾਂ ਹੋਣੇ ਚਾਹੀਦੇ ਨੇ, ਤੁਹਾਡਾ ਕਲਾਸ ਦੇ ਵਿੱਚ ਬੱਚਿਆਂ ਨੂੰ ਕੰਟਰੋਲ ਕਰਨ ਦਾ ਤਰੀਕਾ, ਬਹੁਤ ਵਧੀਆ ਗੱਲਾਂ ਪਤਾ ਲੱਗਦੀਆਂ ਨੇ। ਉਹਨਾਂ ਦੇ ਬਾਰੇ ਇਸ ਜਿਹੜੀ ਪਾਲਿਸੀ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ। ਸੋ ਠੀਕ ਹੈ, ਓਵਰਆਲ ਅਗਰ ਅਸੀਂ ਗੱਲ ਕਰੀਏ ਤੇ ਇਹ ਪਾਲਿਸੀ ਬਹੁਤ ਵਧੀਆ ਹੈ, ਪਰ ਹੁਣ ਆਉਣ ਵਾਲੇ ਸਮੇਂ 'ਚ ਦੇਖਣਾ ਕਿ ਸਰਕਾਰ ਇਹਨਾਂ ਦੇ ਵਿੱਚੋਂ ਕਿਹੜੇ ਤੱਥਾਂ ਨੂੰ ਮਨਜ਼ੂਰ ਕਰ ਰਹੀ ਹੈ, ਕਿਹੜੇ ਤੱਥਾਂ ਨੂੰ ਆਧਾਰ ਬਣਾ ਕੇ ਇਸ ਪਾਲਿਸੀ ਨੂੰ ਲਾਗੂ ਕੀਤਾ ਜਾਂਦਾ ਹੈ ਔਰ ਕਿਸ ਤਰ੍ਹਾਂ ਜਿਵੇਂ ਇਹ ਛੋਟੀਆਂ ਕਮੇਟੀਆਂ ਜਾਂ ਛੋਟੇ ਇਹਨਾਂ ਨੇ ਹੋਰ ਇੱਕ ਜਿਹਨੂੰ ਕਹਿ ਲਈਏ ਕਿ ਧੜੇ ਬਣਾ ਦਿੱਤੇ ਗਏ ਨੇ, ਉਹ ਆਪਸ ਦੇ ਵਿੱਚ ਕਿਸ ਤਰ੍ਹਾਂ ਰਲ ਕੇ ਕੰਮ ਕਰਨਗੀਆਂ। ਕੋਈ ਬੋਰਡ ਕੰਮ ਕਰੇਗਾ, ਕੋਈ ਸਿੱਖਿਆ ਆਯੋਗ ਕੰਮ ਕਰੇਗਾ, ਕੋਈ ਐਜੂਕੇਸ਼ਨ ਮਿਨਿਸਟਰੀ ਕੰਮ ਕਰੇਗੀ, ਇਹ ਕਿਸ ਤਰ੍ਹਾਂ ਆਪਸ 'ਚ ਕੰਮ ਕਰਨਗੇ। ਅਗਰ ਇਹਨਾਂ ਦੇ ਉੱਤੇ ਕੋਈ ਸੁਧਾਰ ਹੋ ਸਕੇ ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਵਧੀਆ ਪਾਲਿਸੀ ਹੋ ਸਕਦੀ ਹੈ। ਪਰ ਉਹਦੇ ਨਾਲ ਆਪਾਂ ਦੂਜੇ ਜਿਹੜੇ ਤੱਥਾਂ ਨੂੰ ਵੀ ਆਪਾਂ ਅੱਜ ਵਿਚਾਰ ਕੀਤੀ ਹੈ ਕਿ ਪ੍ਰਾਈਵੇਟਾਈਜੇਸ਼ਨ ਜਾਂ ਕਮਰਸ਼ੀਅਲਾਈਜੇਸ਼ਨ ਨੂੰ ਇੱਕ ਤਰ੍ਹਾਂ ਦਾ ਬਹੁਤ ਵਧੀਆ ਇੱਕ ਉਹਨਾਂ ਨੂੰ ਜਿਹੜਾ ਸੰਕਲਪ ਮਿਲ ਰਿਹਾ ਕਿ ਇਹਦੇ ਆਉਣ ਦੇ ਨਾਲ ਸਾਡੀ ਸਿੱਖਿਆ ਦੇ ਵਿੱਚ ਹੋਰ ਸੁਧਾਰ ਹੋਵੇਗਾ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚੇ ਪ੍ਰਾਈਵੇਟਾਈਜੇਸ਼ਨ ਦੇ ਵੱਲ ਜ਼ਿਆਦਾ ਵੱਧ ਰਹੇ ਨੇ। ਇਹਨਾਂ ਸਾਰੀਆਂ ਗੱਲਾਂ ਦੇ ਵਾਸਤੇ ਵੀ ਸਿੱਖਿਆ ਨੀਤੀ ਦੇ ਵਿੱਚ ਕੋਈ ਨਾ ਕੋਈ ਇਸ ਤਰ੍ਹਾਂ ਦੀ ਅਮੈਂਡਮੈਂਟ ਹੋਣੀ ਚਾਹੀਦੀ ਹੈ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਬਹੁਤ ਧੰਨਵਾਦ। ਜਿਹੜਾ ਇਸ ਨਵਾਂ ਇੱਕ ਕਨਸੈਪਟ ਆਇਆ 5+4+4+3 ਦਾ, ਉਹਦੇ ਵਾਸਤੇ ਮੈਂ ਅਗਲੀ ਵੀਡੀਓ ਦੇ ਵਿੱਚ ਆਪ ਜੀ ਨਾਲ ਜ਼ਰੂਰ ਗੱਲ ਕਰਾਂਗਾ। ਉਹਦਾ ਜਿਹੜਾ ਲਿੰਕ ਹੈ ਨੀਚੇ ਦਿੱਤਾ ਗਿਆ, ਤਾਂ ਤੁਸੀਂ ਉਸ ਲਿੰਕ ਨੂੰ ਵੀ ਬੜੇ ਧਿਆਨ ਦੇ ਨਾਲ ਦੇਖੋ ਤਾਂ ਕਿ ਤੁਹਾਨੂੰ ਉਹ ਨਵਾਂ ਜਿਹੜਾ ਇੱਕ ਕਨਸੈਪਟ ਸਰਕਾਰ ਵੱਲੋਂ ਦਿੱਤਾ ਗਿਆ ਜਿਹਦੇ ਵਿੱਚ ਇੱਕ +2 ਸਟੈਂਡਰਡ ਨੂੰ ਖਤਮ ਕੀਤਾ ਗਿਆ, ਉਹ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਸਾਰਿਆਂ ਨਾਲ ਜ਼ਿਕਰ ਕਰਾਂਗਾ। ਬਹੁਤ ਧੰਨਵਾਦ।